Question number 19. So A, B, C, D, E, F, G, H are sitting around a circle facing the center. Each one of them has different profession, that is doctor, engineer, architect, pilot, banker, teacher, businessman, and politician. The politician sits third to the right of G. So 4 and 4, 8. So ਆਪਾਂ 8 persons ਨੂੰ arrange ਕਰਾਂਗੇ. ठीक है. Each one of them has a different profession. The politician sits third to the right of G. So ਆਪਾਂ base ਲਵਾਂਗੇ G, right third. Right ਹੁੰਦਾ anti clockwise. So 1 2 3. So ਇੱਥੇ ਆਪਾਂ arrange ਕਰ ਸਕਦੇ ਹਾਂ politician. So profession ਨੂੰ ਆਪਾਂ bracket 'ਚ ਰੱਖਾਂਗੇ. C is an immediate neighbor of G. But ਇੱਥੇ ਦੋ options ਹੈ. C ਇੱਧਰ ਵੀ ਆ ਸਕਦਾ ਹੈ, C ਇੱਧਰ ਵੀ ਆ ਸਕਦਾ ਹੈ. ਕਿਉਂਕਿ ਲਿਖਿਆ C is an immediate neighbor of G. Architect sits second to right of C. जी ओके सो आप ਇੱਥੇ C ਨਹੀਂ ਲੈ ਸਕਦੇ ਕਿਉਂਕਿ ਇਹਦੇ ਫਸਟ ਰਾਈਟ ਸੈਕੰਡ ਰਾਈਟ ਤੇ ਪੋਲੀਟੀਸ਼ੀਅਨ ਆ ਜਾਂਦਾ ਹੈ ਬਟ ਸਾਨੂੰ ਆਰਕੀਟੈਕਟ ਚਾਹੀਦਾ ਹੈ ਸੋ ਆਪਾਂ C ਨੂੰ ਇੱਥੇ ਲੈ ਸਕਦੇ ਹਾਂ ਦੈਨ ਆਰਕੀਟੈਕਟ ਸਿਟ ਸੈਕੰਡ ਟੂ ਦ ਰਾਈਟ ਆਫ C ਦੇ ਸੈਕੰਡ ਰਾਈਟ ਤੇ ਇੱਥੇ ਕੌਣ ਆ ਜਾਏਗਾ ਆਰਕੀਟੈਕਟ ਠੀਕ ਹੈ ਇਹਦਾ ਕੰਪਲੀਟ ਹੁੰਦਾ ਹੈ B sits third to right of H is neither a politician nor an architect so ਆਪਾਂ H ਨੂੰ ਇੱਥੇ ਨਹੀਂ ਲੈ ਸਕਦੇ H ਨੂੰ ਇੱਥੇ ਵੀ ਨਹੀਂ ਲੈ ਸਕਦੇ ਬਟ ਲਿਖਿਆ B sits third to right of H third to right of H so H ਨੂੰ ਆਪਾਂ ਇੱਥੇ ਲਈਏ ਤਾਂ ਫਸਟ ਸੈਕੰਡ ਥਰਡ ਐਂਟੀ ਕਲੌਕਵਾਈਜ਼ ਸੋ ਆਪਾਂ H ਨੂੰ ਇੱਥੇ ਵੀ ਨਹੀਂ ਲੈ ਸਕਦੇ ਕਿਉਂਕਿ ਇੱਥੇ B ਨਹੀਂ ਆਏਗਾ H ਨੂੰ ਆਪਾਂ ਇੱਥੇ ਵੀ ਨਹੀਂ ਲੈ ਪਾਵਾਂਗੇ ਕਿਉਂਕਿ ਫਸਟ ਸੈਕੰਡ ਥਰਡ ਰਾਈਟ ਤੇ B ਨਹੀਂ ਆਏਗਾ H ਇੱਥੇ ਵੀ ਨਹੀਂ ਆ ਸਕਦਾ H ਇੱਥੇ ਵੀ ਨਹੀਂ ਆ ਸਕਦਾ ਕਿਉਂਕਿ C ਤੇ G ਆਲਰੇਡੀ ਹੈ ਸੋ 1 ਇੱਥੇ ਵੀ ਨਹੀਂ ਆਏਗਾ 1 ਐਂਡ 2 ਸੋ ਦੋ ਆਪਸ਼ਨਸ ਹੈ H ਦੇ H ਇੱਥੇ ਵੀ ਹੋ ਸਕਦਾ H ਇੱਥੇ ਵੀ ਹੋ ਸਕਦਾ ਸੋ ਇੱਦਾਂ ਕਰਦੇ ਹਾਂ ਤਾਂ ਆਪਾਂ ਦੋ ਆਪਸ਼ਨਸ ਲੈ ਸਕਦੇ ਹਾਂ ਸੋ ਜੇ ਆਪਾਂ H ਇੱਥੇ ਲਈਏ ਤਾਂ 1 2 3 ਸੋ ਇੱਥੇ ਆ ਜਾਏਗਾ B ਬਟ ਆਪਾਂ ਇੱਕ ਹੋਰ ਆਪਸ਼ਨ ਨੂੰ ਅਰੇਂਜ ਕਰ ਸਕਦੇ ਹਾਂ ਜਿਹਦੇ ਵਿੱਚ ਇੱਥੇ ਆਪਾਂ ਅਰੇਂਜ ਕਰਾਂਗੇ C ਇੱਥੇ ਆਏਗਾ G ਇੱਥੇ ਆਏਗਾ ਆਰਕੀਟੈਕਟ ਸੋ ਇੱਥੇ ਆਏਗਾ ਪੋਲੀਟੀਸ਼ੀਅਨ ਸੋ ਇਸ ਕੇਸ ਦੇ ਵਿੱਚ ਆਪਾਂ H ਇੱਦਾਂ ਨਹੀਂ ਅਰੇਂਜ ਕਰਾਂਗੇ ਆਪਾਂ ਇਹਨੂੰ H ਨੂੰ ਇੱਥੇ ਅਰੇਂਜ ਕਰਾਂਗੇ ਤਾਂ ਫਸਟ ਸੈਕੰਡ ਥਰਡ ਇੱਥੇ ਆ ਜਾਏਗਾ B ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਸੋ ਆਪਾਂ H ਇੱਥੇ ਵੀ ਲੈ ਸਕਦੇ ਇੱਥੇ ਵੀ ਲੈ ਸਕਦੇ ਸੀ ਇਸ ਕਰਕੇ ਆਪਾਂ ਦੋ ਆਪਸ਼ਨਸ ਨੂੰ ਕੰਸੀਡਰ ਕਰ ਲਿਆ ਇਹਨਾਂ ਵਿੱਚੋਂ ਇੱਕ ਆਪਸ਼ਨ ਡੈਫੀਨੇਟਲੀ ਗਲਤ ਹੋ ਜਾਏਗੀ only one person sits between C and the teacher C ਤੇ teacher ਤਾਂ ਨਹੀਂ ਹੋ ਸਕਦਾ teacher ਇੱਧਰ ਆ ਜਾਏਗਾ ठीक है क्योंकि एक पर्सन बैठा है only one person sits between C and the teacher so C ਤੇ teacher ਇੱਧਰ ਨਹੀਂ ਹੋ ਸਕਦਾ again ਇੱਥੇ ਹੋਣਾ ਜਾਏਗਾ teacher A and F are immediate neighbor of each other neither A nor F is a politician doctor sits second to right of A okay so it information है A and F ਇਕੱਠੇ ਬੈਠੇ ਹੈ so A and F ਬਟ ਇਹ AF ਤੇ ਪੋਲੀਟੀਸ਼ੀਅਨ ਨਹੀਂ ਹੈ ਸੋ ਦੈਟ ਮੀਨਸ A ਤੇ F ਇੱਥੇ ਤਾਂ ਆਪਾਂ ਨਹੀਂ ਅਰੇਂਜ ਕਰ ਸਕਦੇ ਸੋ ਇਸੇ ਕਰਕੇ ਫਿਰ ਆਪਾਂ ਇੱਥੇ ਵੀ A ਜਾਂ F 'ਚ ਕੋਈ ਇੱਕ ਨਹੀਂ ਰੱਖ ਸਕਦੇ ਬਿਕੋਜ਼ ਨੇਬਰ ਉਹਦਾ ਇੱਧਰ ਨਹੀਂ ਆ ਪਾਏਗਾ ਸੋ A and F ਇੱਥੇ ਆਏਗਾ ਬਿਲਕੁਲ ਬਟ ਉਹਨਾਂ ਨੇ ਕਿਹਾ ਹੈ A and F is not a politician neither A neither F is a politician doctor sits second to right of A so actually A ਇੱਥੇ ਵੀ ਆ ਸਕਦਾ ਇੱਥੇ ਵੀ ਆ ਸਕਦਾ ਓਕੇ ਕੋਈ ਹੋਰ ਇਨਫੋਰਮੇਸ਼ਨ ਅੱਛਾ ਬੈਂਕਰ ਸਿਟ ਸੈਕੰਡ ਟੂ ਲੈਫਟ ਆਫ ਏ ਸੋ ਆਪਾਂ ਨੂੰ ਏ ਦੀ ਇਨਫੋਰਮੇਸ਼ਨ ਇੱਥੇ ਵੀ ਦਿੱਤੀ ਹੋਈ ਹੈ ਓਕੇ ਡੀ ਇਜ਼ ਨਾਟ ਅ ਪੋਲੀਟੀਸ਼ੀਅਨ ਡੀ ਵੀ ਪੋਲੀਟੀਸ਼ੀਅਨ ਨਹੀਂ ਹੈ ਸੋ ਇੱਥੇ ਲਿਖਿਆ ਬੈਂਕਰ ਸਿਟ ਸੈਕੰਡ ਟੂ ਲੈਫਟ ਆਫ ਏ ਓਕੇ ਸੋ ਆਪਾਂ ਏ ਇੱਥੇ ਨਹੀਂ ਲੈ ਸਕਦੇ ਕਿਉਂ ਕਿਉਂਕਿ ਇਹਦੇ ਰਾਈਟ ਤੇ ਤਾਂ ਡਾਕਟਰ ਆ ਜਾਏਗਾ ਬਟ ਇਹਦੇ ਫਸਟ ਸੈਕੰਡ ਲੈਫਟ ਤੇ ਬੈਂਕਰ ਨਹੀਂ ਆਏਗਾ ਬਿਕੋਜ਼ ਜੇ ਆਪਾਂ ਏ ਇੱਥੇ ਲੈਂਦੇ ਹਾਂ ਤਾਂ ਸੈਕੰਡ ਲੈਫਟ ਤੇ ਪੋਲੀਟੀਸ਼ੀਅਨ ਆ ਜਾਂਦਾ ਸੋ ਦੈਟ ਮੀਨਸ ਸਾਨੂੰ ਇਹ ਕਨਫਰਮ ਹੋ ਜਾਂਦਾ ਹੈ ਕਿ ਇਹਨਾਂ ਦੋਨਾਂ ਵਿੱਚੋਂ ਇੱਥੇ A ਹੋਏਗਾ ਤੇ ਇੱਥੇ F ਹੋਏਗਾ ਤੇ ਡਾਕਟਰ ਸਿਟ ਸੈਕੰਡ ਟੂ ਰਾਈਟ ਆਫ A ਦੇ ਰਾਈਟ ਦੇ ਵਿੱਚ ਸੈਕੰਡ ਫਸਟ ਸੈਕੰਡ ਐਂਟੀ ਕਲੌਕਵਾਈਜ਼ A ਹੋਏਗਾ ਡਾਕਟਰ ਤੇ A ਦੇ ਲੈਫਟ ਦੇ ਵਿੱਚ ਫਸਟ ਸੈਕੰਡ A ਹੋਏਗਾ ਬੈਂਕਰ ਸੋ ਇਹ ਚੀਜ਼ ਆਪਾਂ ਇੱਥੇ ਵੀ ਇੰਪਲੀਮੈਂਟ ਕਰਾਂਗੇ A F ਇੱਥੇ ਵੀ ਇੱਕੋ ਸਪੇਸ ਖਾਲੀ ਹੈ ਇੱਥੇ ਵੀ ਇੱਕੋ ਸਪੇਸ ਖਾਲੀ ਹੈ ਇੱਥੇ ਦੋ ਸਪੇਸ ਖਾਲੀ ਹੈ ਬਟ A ਜੇ ਆਪਾਂ ਇੱਥੇ ਲਈਏ ਤਾਂ F ਇੱਥੇ ਨਹੀਂ ਲੈ ਸਕਦੇ ਜੇ ਨਹੀਂ ਆਏਗਾ ਸੋ ਐਕਚੁਅਲੀ ਆਹ ਸਟੇਟਮੈਂਟ ਗਲਤ ਹੋ ਜਾਂਦੀ ਹੈ ਸੋ ਆਪਾਂ ਇਹਦੇ ਨਾਲ ਸਟਿਕ ਕਰਾਂਗੇ ਓਕੇ ਸੋ
BGCHAFA सो आ दो बचे है। D पॉलिटिशियन नहीं है जो कि लिखा है D इज नॉट अ पॉलिटिशियन, सो D बैंकर होएगा। सो A B C D E अरेंज नहीं होया, सो ਆਪਾਂ ਇਹਨੂੰ ਇੱਥੇ E ਲਵਾਂਗੇ। F G H ਸਾਰੇ ਹੋ ਚੁੱਕੇ ਹੈ। ਸੋ ਦੋ ਪ੍ਰੋਫੈਸ਼ਨ ਹਲੇ ਵੀ ਪਏ ਆ। ਪਾਇਲਟ ਇਜ਼ ਨਾਟ ਐਨ ਇਮੀਡੀਏਟ ਨੇਬਰ ਆਫ ਪੋਲੀਟੀਸ਼ੀਅਨ। ਪਾਇਲਟ ਇਮੀਡੀਏਟ ਨੇਬਰ ਨਹੀਂ ਹੈ ਪੋਲੀਟੀਸ਼ੀਅਨ ਦਾ। पायलट लिए दो ऑप्शन है, आप कोई चीज़ मिस कर चुके हैं। E and F are immediate neighbor of each other. Neither A nor F is a politician. Doctor is second to the right of A. Two people sit between D and the engineer. Okay, D दो चढ़ के इंजीनियर इधर तो नहीं हो सकता। D दो चढ़ के इंजीनियर, दिस कैन बी इंजीनियर। Okay, two people sit between D and the engineer. So D ਤੇ engineer ਦੇ ਵਿੱਚ ਦੋ ਪਰਸਨਸ ਆ ਗਏ ਇੱਧਰ। Okay, so now we can say पायलट इज नॉट एन इमीडिएट नेबर ऑफ पॉलिटिशियन, सो ये पायलट नहीं होएगा। सो दिस इज जी जो होएगा उन्होंने पायलट ले लेंगे। सो एक प्रोफैशन जो बचे है ਆਪਾਂ ਨੂੰ चेक करना पएगा। सो प्रोफैशन ਆਪਾਂ ਇਹਦੇ ਲਈ एडजस्ट कर सकते हैं ਇਹਦੀ जगह ਤੇ। सो डॉक्टर, इंजीनियर, आर्कीटैक्ट, पायलट, बैंकर इज डन। बिजनेसमैन हले नहीं होया, सो ਆਪਾਂ ਇੱਥੇ बिजनेसमैन ਨੂੰ कंसीडर कर सकते हैं। आई होप ਤੁਹਾਨੂੰ ਇਹ क्वेश्चन क्लियर हो रहा है। सो नाउ ਹੁਣ ਜੇ ਆਪਾਂ क्वेश्चन सॉल्व करने हैं, हू अमंग द फॉलोइंग इज बिजनेसमैन। सो बिजनेसमैन इज ए। सो फर्स्ट आंसर जो साਡਾ लास्ट आया ਸੀਗਾ, सो ਇਹਨੂੰ ਆਪਾਂ रब कर सकते हैं क्योंकि ये स्टेटमेंट तो वैसे भी गलत है स्पेस क्रिएट करने ਲਈ। सो ए आंसर इज फर्स्ट। what is the position of F with respect to politician। सो पॉलिटिशियन ਨੂੰ बेस ਲਵਾਂਗੇ, ਲਾਸਟ ਪਰਸਨ ਨੂੰ F ਦੀ ਪੋਜੀਸ਼ਨ ਦੇਖਣੀ ਹੈ। F ਇੱਥੇ ਹੈ। ਸੋ ਜੇ ਆਪਾਂ ਐਂਟੀ ਕਲॉकवाइज ਜਾਈਏ ਤਾਂ ਸੈਕੰਡ ਰਾਈਟ, ਸੈਕੰਡ ਟੂ ਦ ਰਾਈਟ, ਥਰਡ ਆਂਸਰ ਆ ਜਾਏਗਾ। ਜੇ ਨਾ ਹੁੰਦੇ ਤਾਂ ਆਪਾਂ ਨੂੰ ਲੈਫਟ ਚੈੱਕ ਕਰਦੇ। Who sits exactly between the teacher and the engineer? This is teacher and this is engineer। H doctor, only the doctor, so correct। So answer आ जाएगा third। which of the following is true with respect to the given sitting arrangement। so की सही है। doctor sits second to the right of the businessman। businessman दे second right ते doctor है, definitely सही है क्योंकि आप businessman है दे first right, second right anti clockwise is a doctor, so doctor sits second to the right of businessman definitely। so answer आ जाएगा 5। the banker and teacher immediate neighbor, banker and teacher, so बाकी ठीक है। so बाकी गलत हो जाएगा, चेक करने की लोड़ नहीं है। what is the profession of G? G the profession की है, G is pilot, answer is second। Sixth question है, four of the following five are alike in a certain way based on the given setting arrangement and thus form a group which is the one that does not belong to the group। G doctor, so G the combination है doctor दे नाल, so G doctor, G doctor। E architect, E architect ठीक है, एक छड़ के अरेंज किया हुआ है। H businessman, H businessman ठीक है जी। E politician, E politician तो अपनी जगह ते ही है। D pilot, D pilot। so बाकी सारा दा कॉम्बिनेशन एक छड़ के दूसरे पर्सन ने किया हुआ है, बट E politician इकट्ठा किया हुआ है। so that is your answer, ये डिफरेंट है, ग्रुप में बिलोंग नहीं करता। what is the profession of E? E the profession की है politician, so answer आ जाएगा फोर्थ। ठीक है। सो ये थोड़े 19th क्वेश्चन कंप्लीट होंगे। सो थोड़े आंसर्स है 1 3 3 5 2 4 4। जो ਤੁਹਾਨੂੰ क्वेश्चन कोई कन्फ्यूजन है सजेस्ट ਤੁਸੀਂ ਇਹਨੂੰ ਇੱਕ ਵਾਰ ਫਿਰ ਚੈੱਕ ਕਰੋ। क्वेश्चन नंबर 20, representatives from 8 different banks A B C D E F G H are sitting around a circle facing the center, ठीक है, not necessarily in the same order। each one of them is from the different bank, UCO Bank, Oriental Bank of Commerce, Bank of Maharashtra, Canara Bank, Syndicate Bank, Punjab National Bank, Bank of India and Dena Bank। सो आप स्टार्ट करते हैं क्वेश्चन। सो आपको पहला 6 and 8 सो पर्सनस आप अरेंज कर लेने हैं। F सिट सेकंड टू राइट ऑफ द रिप्रेजेंटेटिव फ्रॉम कैनरा बैंक। सो आप बेस लवांगे कैनरा बैंक सेकंड राइट, सो राइट एंटी क्लॉकवाइज इतने आप अरेंज कर देंगे F, ठीक है। रिप्रेजेंटेटिव फ्रॉम बैंक ऑफ इंडिया इज एन इमीडिएट नेबर ऑफ द रिप्रेजेंटेटिव फ्रॉम कैनरा बैंक। सो बैंक ऑफ इंडिया इधर भी हो सकता है, इधर भी हो सकता है, दो ऑप्शंस बंद है। Two people sit between the representative from Bank of India and B। okay, so next study sequence of Bank of India they based है। so let's see जे कैनरा बैंक बारे कुछ और देता है। okay,
C and E are immediate neighbor of each other. Neither C nor E is an immediate neighbor of B or representative from Canara Bank. ठीक है, representative of Bank of Maharashtra sits second to the right of D. D is a representative of Canara. D is neither the representative of Canara Bank nor Bank of India. G is representative of UCO Bank, immediate neighbor of each other. B is not the representative of UCO Bank. ठीक है, सो F ਤੇ Canara Bank ਬਾਰੇ ਕੋਈ ਡਾਇਰੈਕਟ ਇਨਫੋਰਮੇਸ਼ਨ ਨਹੀਂ ਹੈ ਜਿਹੜੀ ਆਪਾਂ ਯੂਜ਼ ਕਰ ਸਕੀਏ। ਸੋ ਇਸ ਕੇਸ ਦੇ ਵਿੱਚ ਆਪਾਂ ਦੋ ਆਪਸ਼ਨਸ ਲੈ ਲੈਂਦੇ ਹਾਂ। ਸੋ ਦੂਸਰੀ ਆਪਸ਼ਨ ਮੈਂ ਹੁਣੇ ਦੱਸਦਾ ਕਿਸ ਚੀਜ਼ ਲਈ ਯੂਜ਼ ਕੀਤੀ ਜਾਏਗੀ। ਸੋ ਕੈਨਰਾ ਬੈਂਕ ਤੇ ਇੱਥੇ F। ਸੋ ਰਿਪਰੈਜ਼ੈਂਟੇਟਿਵ ਫਰੋਮ ਬੈਂਕ ਆਫ ਇੰਡੀਆ ਇਜ਼ ਐਨ ਇਮੀਡੀਏਟ ਨੇਬਰ ਆਫ ਦਾ ਰਿਪਰੈਜ਼ੈਂਟੇਟਿਵ ਫਰੋਮ ਕੈਨਰਾ ਬੈਂਕ। ਸੋ ਕੈਨਰਾ ਬੈਂਕ ਦਾ ਇਮੀਡੀਏਟ ਨੇਬਰ ਇੱਧਰ ਵੀ ਹੋ ਸਕਦਾ, ਇੱਧਰ ਵੀ ਹੋ ਸਕਦਾ ਹੈ। ਸੋ ਆਪਾਂ ਇੱਕ ਵਾਰ B ਇੱਥੇ ਯੂਜ਼ ਕਰ ਲੈਂਦੇ ਹਾਂ, ਇੱਕ ਵਾਰ B ਇੱਥੇ ਯੂਜ਼ ਕਰ ਲੈਂਦੇ ਹਾਂ। ਸੌਰੀ, ਬੈਂਕ ਆਫ ਇੰਡੀਆ, BOI। So representative from Bank of India is an immediate neighbor of representative of Canara Bank. So ये दोनों immediate neighbor है। ਹੁਣ next है two persons sit between the representative of Bank of India and B. Bank of India ਤੇ B ਇੱਧਰ ਤਾਂ ਨਹੀਂ ਆਏਗਾ, ਦੋ persons ਛੱਡ ਕੇ ਇੱਧਰ B ਨਹੀਂ ਆ ਸਕਦਾ। Bank of India ਦੋ ਛੱਡ ਕੇ ਇੱਧਰ B ਆ ਸਕਦਾ ਹੈ। Similarly Bank of India ਇੱਕ ਦੋ ਛੱਡ ਕੇ ਇੱਥੇ ਵੀ B ਹੋ ਸਕਦਾ ਹੈ, ਇੱਕ ਦੋ ਛੱਡ ਕੇ ਇੱਧਰ ਵੀ B ਹੋ ਸਕਦਾ ਹੈ। ਸੋ ਇਹਦੇ ਫਰਦਰ ਦੋ ਆਪਸ਼ਨਸ ਬਣਦੇ ਹੈ। ਚਲੋ ਆਪਾਂ ਇਹਨੂੰ ਪਹਿਲਾਂ ਅੱਗੇ ਕੁਐਸਚਨ ਨੂੰ ਦੇਖ ਲੈਂਦੇ ਹਾਂ। ਜੇ ਕੋਈ ਇੱਕ ਆਪਸ਼ਨ ਕੱਟ ਦਈਏ ਤਾਂ C and E are immediate neighbor of each other. Neither C nor E is an immediate neighbor of either B or the representative from Canara Bank. Okay. C and E first of all ਇਹ ਇਕੱਠੇ ਬੈਠੇ ਹੈ, immediate neighbor ਹੈ। ਤੇ ਨਾ ਹੀ C ਤੇ ਨਾ ਹੀ E ਇਹ B ਦੇ immediate neighbor ਹੈ, ਨਾ ਹੀ Canara Bank ਦੇ representative ਦੇ immediate neighbor ਹੈ। ਸੋ B ਦੇ immediate neighbor means C ਤੇ E ਇੱਥੇ ਨਹੀਂ ਆ ਸਕਦੇ। Canara Bank ਦੇ immediate neighbor ਮਤਲਬ C ਤੇ E ਇੱਥੇ ਨਹੀਂ ਆ ਸਕਦੇ, ਇੱਥੇ ਵੀ ਨਹੀਂ ਆ ਸਕਦੇ ਬਿਕੋਜ਼ F ਹੈ। ਸੋ ਇੱਕ ਇੱਥੇ ਆਲਰੇਡੀ B ਹੈ। ਓਕੇ, ਸੋ ਐਕਚੁਅਲੀ ਆਪਸ਼ਨ ਹੈ ਜਿਹੜੀ C ਤੇ E ਆਪਾਂ ਇਕੱਠੇ ਅਰੇਂਜ ਨਹੀਂ ਕਰ ਸਕਦੇ ਬਿਕੋਜ਼ ਇੱਥੇ ਵੀ C ਨਹੀਂ ਆਏਗਾ, E ਨਹੀਂ ਆ ਸਕਦਾ, ਇੱਥੇ ਵੀ ਨਹੀਂ ਆਏਗਾ। ਸੋ ਆਹ ਕੁਐਸਚਨ ਗਲਤ ਹੋ ਜਾਂਦਾ ਹੈ। ਇਸ ਕੇਸ ਦੇ ਵਿੱਚ ਸੇਮ ਚੀਜ਼ ਐਗਜ਼ਿਸਟ ਕਰੇਗੀ ਇਨ ਕੇਸ, ਕਿਉਂਕਿ ਇੱਥੇ B ਦੇ ਦੋ ਆਪਸ਼ਨ ਹੈ। ਜੇ ਆਪਾਂ ਇਹਨੂੰ ਨਾ ਕੰਸੀਡਰ ਕਰੀਏ ਤਾਂ ਅਗੇਨ B ਦੇ ਦੋਨੋਂ ਸਾਈਡ ਤੇ C ਤੇ E ਨਹੀਂ ਆ ਸਕਦੇ ਤੇ ਕੈਨਰਾ ਬੈਂਕ ਦੇ ਵੀ ਇੱਧਰ C ਤੇ E ਨਹੀਂ ਆ ਸਕਦੇ। ਸੋ ਆਹ ਚਾਰ ਆਪਸ਼ਨਸ ਕੈਂਸਲ ਹੋ ਜਾਂਦੀਆਂ। ਇੱਥੇ ਆਲਰੇਡੀ B ਆ ਵੀ ਕੈਂਸਲ ਹੋ ਜਾਂਦਾ, ਇੱਥੇ F ਹੈ ਆਲਰੇਡੀ ਆ ਵੀ ਕੈਂਸਲ ਹੋ ਜਾਂਦਾ। ਸੋ ਆਹ ਦੋ ਆਪਸ਼ਨਸ ਹੀ ਬਚਦੀਆਂ, ਬਟ ਅਗੇਨ ਉਸ ਬੇਸ ਤੇ ਆਪਾਂ C ਤੇ E ਨੂੰ ਇਕੱਠੇ ਅਰੇਂਜ ਨਹੀਂ ਕਰ ਪਾਵਾਂਗੇ। ਸੋ ਦੈਟ ਮੀਨਸ ਜੋ B ਹੈ ਉਹ ਆਪਾਂ ਇੱਥੇ ਨਹੀਂ ਲੈ ਸਕਦੇ। ਸੋ ਇਸ ਪੋਜੀਸ਼ਨ ਤੇ ਨਹੀਂ ਆਏਗਾ, B ਇੱਥੇ ਕਨਫਰਮ ਹੋ ਜਾਂਦਾ ਹੈ। ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ। ਨਾਓ ਵੀ ਕੈਨ ਸੇ C and E ਆਰ ਇਮੀਡੀਏਟ ਨੇਬਰ ਆਫ ਈਚ। C ਤੇ E ਬਟ B ਦੇ ਇਮੀਡੀਏਟ ਨੇਬਰ ਨਹੀਂ ਹੈ। C ਤੇ E ਇੱਥੇ ਵੀ ਨਹੀਂ ਹੈ, ਇੱਥੇ ਵੀ ਨਹੀਂ ਹੈ, ਇੱਥੇ ਵੀ ਨਹੀਂ ਹੈ, ਕੈਨਰਾ ਬੈਂਕ ਦੇ ਵੀ ਨਹੀਂ ਹੈ। ਸੋ ਆਹ ਸਾਰੀ ਆਪਸ਼ਨ ਕੈਂਸਲ ਹੋ ਜਾਂਦੀ ਹੈ। F ਇੱਥੇ ਆਲਰੇਡੀ ਪਲੇਸ। ਸੋ C ਤੇ E ਜਿਹੜਾ ਹੈ ਸੋ ਉਹਦੇ ਲਈ ਆਹ ਦੋ ਪਲੇਸਿਸ ਕਨਫਰਮ ਹੋ ਜਾਂਦੀਆਂ। ਬਟ ਇਹਨਾਂ ਚੋਂ ਇਹ ਦੱਸਣਾ ਮੁਸ਼ਕਿਲ ਹੈ ਕਿ C ਕਿੱਧਰ ਹੈ ਤੇ E ਕਿੱਧਰ ਹੈ। ਮੇ ਬੀ C ਤੇ E ਬਾਰੇ ਅੱਗੇ ਕਿਤੇ ਇਨਫੋਰਮੇਸ਼ਨ ਹੈ ਤਾਂ ਆਪਾਂ ਉਹਦੇ ਅਕੋਰਡਿੰਗਲੀ ਇਹਨੂੰ ਡਿਸਾਈਡ ਕਰਾਂਗੇ। Representative from Bank of Maharashtra sits second to the right of D. Okay. D is neither the representative from Canara Bank nor Bank of India. So D ਇੱਥੇ ਵੀ ਨਹੀਂ ਹੈ, D ਇੱਥੇ ਵੀ ਨਹੀਂ ਹੈ। ਠੀਕ ਹੈ, ਸੋ ਇਹ ਦੋ D ਨਹੀਂ ਹੈ। 1 2 3 4 5 6। ਸੋ 6 ਆਪਸ਼ਨਸ ਕੈਂਸਲ ਹੋ ਜਾਂਦੇ। D ਦੇ ਲਈ ਦੋ ਆਪਸ਼ਨ ਹੈ। ਓਕੇ, Bank of Maharashtra, represent Bank of Maharashtra sits second to right of D. D ਦੇ ਸੈਕਿੰਡ ਰਾਈਟ ਇੱਥੇ ਬੈਂਕ ਆਫ ਮਹਾਰਾਸ਼ਟਰ ਆ ਸਕਦਾ ਹੈ ਬਿਲਕੁਲ। ਬਟ ਜੇ ਆਪਾਂ ਇੱਥੇ D ਲਈਏ ਤਾਂ ਬੈਂਕ ਆਫ ਮਹਾਰਾਸ਼ਟਰ ਨਹੀਂ ਆਏਗਾ ਕਿਉਂਕਿ ਇੱਥੇ ਬੈਂਕ ਆਫ ਇੰਡੀਆ ਹੈ। ਸੋ ਇਹਨਾਂ ਦੋਨਾਂ ਵਿੱਚੋਂ ਜੋ D ਦੇ ਲਈ ਆਪਸ਼ਨ ਅਵੇਲੇਬਲ ਹੈ ਉਹ ਇਹੀ ਹੈ। ਸੋ ਬੈਂਕ ਆਫ ਮਹਾਰਾਸ਼ਟਰ ਨੂੰ ਆਪਾਂ ਇੱਥੇ ਅਰੇਂਜ ਕਰਾਂਗੇ। ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ। ਸੋ ਇਹ ਤਾਂ ਵੈਸੇ ਵੀ ਗਲਤ ਹੋ ਚੁੱਕਾ ਸੀ, ਸੋ ਇਹਨੂੰ ਆਪਾਂ ਐਲੀਮੀਨੇਟ ਕਰ ਦਿੰਦੇ ਹਾਂ। ਓਕੇ, ਸੋ ਨੈਕਸਟ ਸੀਕੁਐਂਸ ਜੋ ਹੈ ਉਹ ਹੈ G and the representative from UCO Bank are immediate neighbor of each other. Okay, so G ਤੇ UCO Bank immediate neighbor ਹੈ। ਸੋ ਉਹ ਤਾਂ ਇੱਥੇ ਆ ਸਕਦੇ, G ਇੱਥੇ ਵੀ ਆ ਸਕਦਾ, ਇੱਥੇ ਵੀ ਆ ਸਕਦਾ ਤਾਂ ਬਿਕੋਜ਼ G ਇੱਥੇ ਤਾਂ ਨਹੀਂ ਆ ਸਕਦੇ, ਸਾਰੇ ਫਿਲਡ ਹੈ। ਇਹਨਾਂ ਤਿੰਨਾਂ ਦੀ ਜਗ੍ਹਾ ਖਾਲੀ ਹੈ। ਸੋ G ਆਪਾਂ ਇੱਥੇ ਤਾਂ ਨਹੀਂ ਲੈ ਸਕਦੇ ਬਿਕੋਜ਼ UCO Bank ਨਹੀਂ ਆ ਸਕਦਾ ਆਲੇ ਦੁਆਲੇ। G ਆਪਾਂ ਇੱਥੇ ਲਈਏ ਤਾਂ UCO Bank ਅੰਦਰ ਆ ਜਾਏਗਾ, G ਆਪਾਂ ਇੱਥੇ ਲਈਏ ਤਾਂ UCO Bank ਅੰਦਰ ਆ ਜਾਏਗਾ। ਦੋ ਆਪਸ਼ਨਸ ਬਣਦੇ ਹੈ। ਓਕੇ, B is not the representative of UCO Bank. So UCO Bank ਇੱਥੇ ਨਹੀਂ ਹੈ। ਸੋ G ਆਪਾਂ ਇੱਥੇ ਨਹੀਂ ਲੈ ਪਾਵਾਂਗੇ। ਸੋ ਇੱਥੇ ਆ ਜਾਏਗਾ G ਤੇ UCO Bank ਦਾ ਰਿਪਰੈਜ਼ੈਂਟੇਟਿਵ ਹੋਏਗਾ F। ਬਿਲਕੁਲ ਇਹ ਵੀ ਕਨਫਰਮ ਹੋ ਜਾਂਦਾ ਹੈ।
B is not the representative of UCO Bank. Only one person sits between C and the representative from Oriental Bank of Commerce. एक person बैठा है C, okay हले confirm नहीं है, C ते one person sits between C and the representative Oriental Bank of Commerce. So C ਤੇ OBC ਦੇ ਵਿੱਚ ਇੱਕ person ਦੀ arrangement ਹੈ. ਚੈੱਕ ਕਰ ਲੈਣੇ ਕੋਈ ਹੋਰ ਇਨਫੋਰਮੇਸ਼ਨ ਹੱਲੇ ਹੈਗੀ ਹੈ. So H sits third to left of the representative from Dena Bank. Okay, so Dena Bank ਦੇ ਲਈ ਆ ਚਾਰੋਂ ਆਪਸ਼ਨਸ ਹੈ. H ਕਿੱਥੇ ਹੈ? Third left ਹੁੰਦਾ clockwise. So ਜੇ Dena Bank ਆਪਾਂ ਇੱਥੇ ਲਈਏ 1 2 3 H ਨਹੀਂ ਆਣਾ, ਇੱਥੇ Dena Bank ਲਈਏ ਤਾਂ 1 2 3 H ਨਹੀਂ ਆਣਾ, ਇੱਥੇ Dena Bank ਲਈਏ 1 2 3 H ਨਹੀਂ ਆਣਾ, ਇੱਥੇ Dena Bank ਲਈਏ 1 2 3 ਇੱਥੇ H ਆ ਜਾਏਗਾ. ਸੋ ਦਿਸ ਇਜ਼ Dena Bank. ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ. ਸੋ ਆਪਾਂ ਇਸ ਪਲੇਸ ਨੂੰ ਆਪਾਂ Dena Bank ਨਹੀਂ ਲੈ ਸਕਦੇ ਜਗ੍ਹਾ 'ਤੇ ਕਿਉਂਕਿ ਇਹ ਰਿਪਰੈਜ਼ੈਂਟੇਟਿਵ ਨਹੀਂ ਹੈ, ਕਿਉਂਕਿ ਇਹਨਾਂ ਦੇ ਫਸਟ ਸੈਕਿੰਡ ਥਰਡ ਲੈਫਟ 'ਤੇ ਕੋਈ ਪਰਸਨ ਨੂੰ ਆਪਾਂ ਅਰੇਂਜ ਨਹੀਂ ਕਰ ਸਕਦੇ. Representative from PNB sits second to left of the representative from Syndicate Bank. So Syndicate Bank ਦੇ left second ਤੇ clockwise PNB ਲਵਾਂਗੇ. Syndicate Bank first second PNB ਆ ਸਕਦਾ ਹੈ. Syndicate Bank first second PNB ਨਹੀਂ ਆਏਗਾ. Syndicate Bank first second PNB ਨਹੀਂ ਆਏਗਾ. ਸੋ ਆਪਾਂ Syndicate Bank B ਨੂੰ ਲੈ ਸਕਦੇ ਹਾਂ ਤੇ ਇੱਥੇ PNB ਆ ਜਾਏਗਾ. ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਰਿਹਾ ਹੈ. ਸੋ ਹੁਣ ਆ C ਇੱਕ ਛੱਡ ਕੇ OBC, C ਇੱਕ ਛੱਡ ਕੇ OBC ਇਹ ਹੋ ਸਕਦਾ ਹੈ, C ਇੱਕ ਛੱਡ ਕੇ OBC ਇਹ ਵੀ ਨਹੀਂ ਹੋ ਸਕਦਾ, ਇੱਧਰ ਵੀ ਨਹੀਂ ਆ ਸਕਦਾ ਡੈਫੀਨੇਟਲੀ. ਸੋ C ਆ ਤਾਂ ਨਹੀਂ ਹੋ ਸਕਦਾ, ਇਹ E ਹੋਏਗਾ ਤੇ ਆਪਾਂ C ਇਹਨੂੰ ਲੈ ਸਕਦੇ. ਦਿਸ ਇਜ਼ C ਐਂਡ ਦਿਸ ਇਜ਼ E ਤੇ C ਇੱਕ ਛੱਡ ਕੇ ਇਹ ਹੋ ਜਾਏਗਾ OBC. ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ. ਠੀਕ ਹੈ, ਇੱਥੇ ਸਾਰੀ ਇਨਫੋਰਮੇਸ਼ਨ ਕੰਪਲੀਟ ਹੋ ਜਾਂਦੀ ਹੈ. 4 of the following 5 are alike in a certain way based on the given arrangement and thus form a group. Which is the one that does not belong to that group? H UCO Bank, H UCO Bank. So ठीक है, A एक group बन गया. A Canara Bank. Where is A? Okay, so A ਇੱਥੇ ਹੋਏਗਾ. ठीक है, so A बाकी सारे हो चुके complete. So A ਦਾ combination किधर नाल है? A Canara Bank. ठीक है, सो ये नाल ही है. D Bank of Maharashtra, D Bank of Maharashtra एक छड़ के है. E Syndicate Bank, E Syndicate Bank एक छड़ के है. F Punjab National Bank ये भी एक छड़ के है. डेफिनेटली जो साडा आंसर है A Canara Bank होएगा क्योंकि A इमीडिएट नेबर है तो बाकियां दे लई विच कोई ना कोई परसन अरेंज कीता होया. सो आंसर जो इहदा होएगा वो होएगा सेकंड. नेक्स्ट क्वेश्चन है, which of the following is true with respect to the given sitting arrangement? ठीक है, सो चेक करते हैं. Representative from Bank of Maharashtra and Syndicate Bank are immediate neighbor of each other. Bank of Maharashtra and Syndicate Bank immediate neighbor है. Definitely answer 5 आ जाएगा. Whom on the following sits exactly between B and the representative from Bank of India? This is B. A representative from Bank of India is this. So H te A, Bank of Maharashtra Canara Bank, H A H Bank of Maharashtra, H Bank of Maharashtra, definitely A UCO Bank गलत हो जाएगा. So answer is third. H and the representative from Bank of Maharashtra. H the representative from Bank of Maharashtra is the correct answer. Okay, ठीक है. So ये 3 questions है. Okay, so in case जे थे further questions नहीं provide किते हुए 4th and 5th question, so I suggest ਤੁਸੀਂ जो PDF ਪ੍ਰੋਵਾਈਡ ਕੀਤੀ ਹੋਈ ਹੈ ਸਟਾਰਟਿੰਗ ਦੇ ਵਿੱਚ ਫਸਟ ਜਿਹੜਾ ਲੈਸਨ ਹੈ ਉਹਦੇ ਵਿੱਚ, ਅਤੇ ਉਹਦੇ ਵਿੱਚ ਤੁਸੀਂ ਇਹ ਕੁਐਸਚਨਸ ਨੂੰ ਚੈੱਕ ਕਰੋ ਅਤੇ ਇਨ ਕੇਸ ਜੋ ਪ੍ਰੋਵਾਈਡ ਕੀਤੇ ਹੋਏ ਤਾਂ ਉਹ ਕੁਐਸਚਨਸ ਨੂੰ ਇਹਦੇ ਬੇਸ 'ਤੇ ਸੋਲਵ ਕਰੋ. ਆਈ ਹੋਪ ਤੁਹਾਨੂੰ ਇਹ ਕੁਐਸਚਨ ਕਲੀਅਰ ਹੋਇਆ ਹੋਵੇਗਾ. ਕੁਐਸਚਨ ਨੰਬਰ 21. A, B, C, D, E, F, G and H are sitting around a circle facing the center but not necessarily in the same order. ठीक है, सो 8 persons है. B sits second to left of H's husband. ठीक है, सो आई स्ट्रोंगली सजैसट जो क्वेश्चन आ जाते हैं रिलेशनशिप वाले वाइफ या हसबैंड या ब्रदर सिस्टर जो दसिया है तो सर्कल का टॉपिक करने तो पहला तो ब्लड रिलेशन का टॉपिक करना बहुत जरूरी है. सो इस करके क्योंकि जो तुम एक बार ब्लड रिलेशन का टॉपिक किया होएगा तो तुहाडे लई फिर किसी भी सैक्शन दे विच तुहानूं ब्लड रिलेशन आ जाता है, भावें वो सर्कल है, स्क्वायर है, रोज है या एनालिटिकल रीजनिंग है, पजल्स के किसी भी सैक्शन आ जाता है तो तुसीं बड़े एफिशिएंटली उन्होंने सॉल्व कर पाओगे.
ਸੋ ਆਈ ਸੁਜੈਸਟ ਤੁਸੀਂ ਇਹ ਕੁਐਸਚਨ ਦੇਖਣ ਤੋਂ ਪਹਿਲਾਂ ਬਲੱਡ ਰਿਲੇਸ਼ਨ ਦਾ ਟੌਪਿਕ ਪੂਰਾ ਕਰੋ। ਸੋ ਜੇ ਇਨ ਕੇਸ ਉਹ ਤੁਹਾਡਾ ਕੰਪਲੀਟ ਹੈ ਦੈਨ ਤੁਸੀਂ ਕੰਟੀਨਿਊ ਕਰੋ ਇਸ ਕੁਐਸਚਨ ਨਾਲ। ਬੀ ਸਿਟ ਸੈਕਿੰਡ ਟੂ ਦ ਲੈਫਟ ਆਫ ਐਚ's ਹਸਬੈਂਡ। ਸੋ ਐਚ ਦੇ ਹਸਬੈਂਡ ਨੂੰ ਆਪਾਂ ਇੱਥੇ ਅਰੇਂਜ ਕਰ ਲੈਂਦੇ ਹਾਂ। ਸੋ ਇਨ ਕੇਸ ਜੇ ਇੱਥੇ ਐਚ's ਹਸਬੈਂਡ ਹੈ, ਸੋ ਐਚ's ਹਸਬੈਂਡ, ਸੋ ਦੈਟ ਮੀਨਸ ਇੱਥੇ ਕੋਈ ਮੇਲ ਹੋਏਗਾ ਬਟ ਐਚ ਜੋ ਹੋਏਗਾ ਐਚ ਫੀਮੇਲ ਹੋਏਗੀ, ਕਿਉਂਕਿ ਜੇ ਐਚ ਦਾ ਹਸਬੈਂਡ ਹੈ ਇੱਥੇ, ਸੋ ਉਸ ਕੇਸ ਦੇ ਵਿੱਚ ਇੱਥੇ ਜੋ ਵੀ ਪਰਸਨ ਹੋਏਗਾ ਉਹ ਮੇਲ ਹੋਏਗਾ ਤੇ ਐਚ ਕੌਣ ਹੋਏਗੀ? ਫੀਮੇਲ। ਨੋ ਫੀਮੇਲ ਇਜ਼ ਐਨ ਇਮੀਡੀਏਟ ਨੇਬਰ ਆਫ ਬੀ। ਓਕੇ, ਬੀ ਸਿਟ ਸੈਕਿੰਡ ਟੂ ਲੈਫਟ ਆਫ ਐਚ's ਹਸਬੈਂਡ। ਸੋ ਇੱਥੇ ਬੀ ਆਪਾਂ ਲੈਫਟ, ਸੌਰੀ, ਇੱਧਰ ਐਂਟੀ ਕਲੌਕਵਾਈਜ਼ ਹੋਏਗਾ, ਇੱਧਰ ਕਲੌਕਵਾਈਜ਼ ਸੈਕਸ਼ਨ, ਇੱਧਰ ਬੀ ਹੋਏਗਾ। ਤੇ ਲਿਖਿਆ ਗਿਆ ਹੈ ਨੋ ਫੀਮੇਲ ਇਜ਼ ਐਨ ਇਮੀਡੀਏਟ ਨੇਬਰ ਆਫ ਬੀ। ਸੋ ਇੱਧਰ ਵੀ ਜੋ ਪਰਸਨ ਹੈ ਉਹ ਵੀ ਮੇਲ ਹੈ ਤੇ ਇੱਧਰ ਵੀ ਜੋ ਪਰਸਨ ਹੈ ਉਹ ਵੀ ਮੇਲ ਹੈ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ। ਇਹਨੂੰ ਥੋੜਾ ਜਿਹਾ ਆਪਾਂ ਇੱਧਰ ਕਰ ਲੈਂਦੇ ਹਾਂ। ਸੋ ਆ ਜਿਹੜਾ ਪਰਸਨ ਹੈ ਉਹ ਹੈ ਐਚ's ਹਸਬੈਂਡ। ਇਹਨੂੰ ਬੇਸ ਲਿਆ ਆਪਾਂ, ਇਹ ਮੇਲ ਹੋਏਗਾ ਤੇ ਇਹਦੇ ਫਸਟ ਸੈਕਿੰਡ ਲੈਫਟ ਤੇ ਆਪਾਂ ਨੂੰ ਬੀ ਅਰੇਂਜ ਕੀਤਾ ਤੇ ਬੀ ਦੇ ਦੋਨੋਂ ਸਾਈਡ ਹੀ ਕੋਈ ਫੀਮੇਲ ਨਹੀਂ ਹੈ। ਸੋ ਦੈਟ ਮੀਨਸ ਉਹ ਦੋਨੋਂ ਮੇਲ ਹੋਣੇ ਚਾਹੀਦੇ ਹੈ। ਸੋ ਫਸਟ ਕਲੀਅਰ ਹੋ ਗਿਆ। ਸੈਕਿੰਡ, ਡੀਜ਼ ਡਾਟਰ ਸਿਟ ਸੈਕਿੰਡ ਟੂ ਰਾਈਟ ਆਫ ਐਫ। F is sister of G. F is not an immediate neighbor of H's husband. So F is sister of G. F ਇੱਕ ਫੀਮੇਲ ਹੈ ਕਿਉਂਕਿ ਸਾਨੂੰ ਕਲੀਅਰ ਹੁੰਦਾ ਹੈ ਉਹ ਸਿਸਟਰ ਹੈ G ਦੀ, ਬਟ G ਦੇ ਬਾਰੇ ਆਪਾਂ ਨੂੰ ਕਨਫਰਮ ਨਹੀਂ ਹੈ ਕਿ G ਇਹਦਾ ਬ੍ਰਦਰ ਹੈ ਜਾਂ ਸਿਸਟਰ ਹੈ। ਸੋ F ਸਿਸਟਰ ਹੈ G ਦੀ, F ਇੱਕ ਫੀਮੇਲ ਹੈ, ਦੈਟ ਮੀਨਸ F ਨੂੰ ਆਪਾਂ ਇੱਥੇ ਅਰੇਂਜ ਨਹੀਂ ਕਰ ਸਕਦੇ, ਇੱਥੇ ਨਹੀਂ ਕਰ ਸਕਦੇ, ਇੱਥੇ ਨਹੀਂ ਕਰ ਸਕਦੇ, ਇੱਥੇ ਆਲਰੇਡੀ B ਹੈ। ਸੋ ਚਾਰੋਂ ਆਪਸ਼ਨਸ ਕੈਂਸਲ ਹੁੰਦੇ ਆ ਤੇ F ਇੱਥੇ ਵੀ ਆਪਾਂ ਅਰੇਂਜ ਨਹੀਂ ਕਰ ਸਕਦੇ। ਕਿਉਂਕਿ ਉਹਨਾਂ ਨੇ ਕਿਹਾ ਹੈ F is not an immediate neighbor of H's husband. So H ਦਾ husband ਇੱਥੇ ਹੈ ਤਾਂ ਇੱਥੇ F ਆਪਾਂ ਨੂੰ ਅਰੇਂਜ ਨਹੀਂ ਕਰ ਸਕਦੇ। 1 2 3 4 5 ਆਪਾਂ ਕੈਂਸਲ ਕਰ ਰਹੇ ਹਾਂ। ਯਾਦ ਰੱਖਣਾ ਹੈ ਇਸ ਕਰਕੇ ਕੈਂਸਲ ਹੈ ਕਿਉਂਕਿ F ਇੱਕ ਫੀਮੇਲ ਹੈ। ਸੋ 1 2 3 ਆਪਸ਼ਨਸ ਸਾਡੇ ਕੋਲ ਹੈਗੇ F ਦੇ ਲਈ, ਬਟ ਆਪਾਂ ਨੂੰ ਦੱਸਿਆ ਗਿਆ D's daughter sits second to right of F। ਰਾਈਟ ਹੁੰਦਾ ਐਂਟੀ ਕਲੌਕਵਾਈਜ਼। ਸੋ ਜੇ ਆਪਾਂ F ਇੱਥੇ ਲਈਏ D's daughter ਇੱਥੇ ਆ ਜਾਏਗੀ, ਹੋ ਸਕਦਾ ਹੈ ਬਿਲਕੁਲ। F ਇੱਥੇ ਨਹੀਂ ਹੈ। F ਜੇ ਇੱਥੇ ਲਈਏ ਫਸਟ ਸੈਕਿੰਡ D's daughter ਇੱਥੇ ਨਹੀਂ ਆ ਸਕਦੀ ਕਿਉਂਕਿ ਇੱਥੇ ਮੇਲ ਹੈ, ਸੋ D ਦੀ ਡਾਟਰ ਤਾਂ ਨਹੀਂ ਹੋ ਸਕਦੀ, ਸੋ ਇੱਥੇ F ਗਲਤ ਹੋ ਜਾਂਦਾ ਹੈ। F ਜੇ ਆਪਾਂ ਇੱਥੇ ਲਈਏ ਫਸਟ ਸੈਕਿੰਡ D ਦੀ ਡਾਟਰ B ਹੋ ਸਕਦੀ ਹੈ। ਸੋ ਆਪਾਂ ਕੋਲ ਦੋ ਆਪਸ਼ਨ ਹੈ। ਸੋ ਇਸ ਕੇਸ ਦੇ ਵਿੱਚ ਆਪਾਂ ਨੂੰ ਇੱਕ ਹੋਰ ਆਪਸ਼ਨ ਬਣਾਉਣਾ ਪਏਗਾ। ਆਈ ਸੁਜੈਸਟ ਤੁਸੀਂ ਇਹ ਆਪਸ਼ਨ ਨੂੰ ਹੋਰ ਬਣਾਓ ਤਾਂ ਕਿ ਤੁਹਾਨੂੰ ਕਲੀਅਰ ਹੋਏ ਕਿ ਆਪਾਂ ਇਹਨੂੰ ਕੁਐਸਚਨ ਨੂੰ ਕਿੱਦਾਂ ਸੋਲਵ ਕਰਨਾ ਹੈ। ਸੋ ਇੱਥੇ ਆਪਾਂ ਲਿਆ ਸੀ H's husband। ਇੱਥੇ ਕੌਣ ਹੈ ਹਲੇ ਆਪਾਂ ਨੂੰ ਕਨਫਰਮ ਨਹੀਂ ਹੈ, ਬਟ ਜੋ ਵੀ ਹੈ ਉਹ ਮੇਲ ਹੈ। ਇੱਥੇ ਵੀ ਮੇਲ ਹੈ ਤੇ ਇੱਥੇ ਹੈ B ਤੇ ਇੱਥੇ ਵੀ ਮੇਲ ਹੈ। ਓਕੇ, ਸੋ ਇੱਕ ਕੇਸ ਆਪਾਂ ਇੱਥੇ ਲਿਆ F ਤੇ ਇੱਥੇ ਹੋਏਗੀ ਫੀਮੇਲ ਤੇ ਆ ਵੀ ਕੌਣ ਹੈ? ਫੀਮੇਲ, ਕਿਉਂਕਿ ਇਹ ਸਿਸਟਰ ਹੈ G ਦੀ, ਠੀਕ ਹੈ, ਸਿਸਟਰ ਆਫ G। ਤੇ ਇੱਥੇ ਹੈ ਡਾਟਰ, D's daughter, ਸੋ ਡਾਟਰ ਆਫ D। ਸੋ ਇੱਥੇ ਵੀ ਇੱਕ ਫੀਮੇਲ ਹੈ। ਦੂਸਰਾ ਆਪਸ਼ਨ ਇਹ ਵੀ ਸੀਗਾ ਕਿ F ਇੱਥੇ ਤਾਂ ਨਹੀਂ ਲੈ ਸਕਦੇ ਕਿਉਂਕਿ D ਦੀ ਡਾਟਰ ਇੱਥੇ ਨਹੀਂ ਆ ਸਕਦੀ, ਸੋ F ਆਪਾਂ ਇਹਨੂੰ ਲੈ ਸਕਦੇ ਹਾਂ। ਸੋ ਇਹ ਫੀਮੇਲ ਹੈ, ਸਿਸਟਰ ਆਫ G, ਤੇ ਇਸ ਜਗ੍ਹਾ ਤੇ ਆਪਾਂ ਲਵਾਂਗੇ ਇੱਕ ਫੀਮੇਲ ਹੋ ਜਾਏਗੀ ਤੇ ਇਹਨੂੰ B ਨੂੰ ਆਪਾਂ ਕੰਸੀਡਰ ਕਰਾਂਗੇ D's daughter। ਆਈ ਹੋਪ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਕਲੀਅਰ ਹੋ ਰਹੀ ਹੈ। ਸੋ ਆਪਾਂ ਇੱਕ ਵਾਰ F ਨੂੰ ਇੱਥੇ ਲਿਆ, ਉਹਦੇ ਅਕੋਰਡਿੰਗਲੀ ਇੱਥੇ D's daughter ਹੈ। ਇੱਕ ਵਾਰ F ਨੂੰ ਇੱਥੇ ਲਿਆ, ਉਹਦੇ ਅਕੋਰਡਿੰਗਲੀ ਇੱਧਰ D's daughter ਹੈ। ਆਪਾਂ ਇੱਥੇ F ਇਸ ਕਰਕੇ ਨਹੀਂ ਲਿਆ ਕਿਉਂਕਿ ਇੱਥੇ D ਦੀ ਡਾਟਰ ਅਰੇਂਜ ਨਹੀਂ ਹੋ ਸਕਦੀ, ਤੇ ਆਹ ਵਾਲੇ ਆਪਸ਼ਨਸ ਹੈ ਜਿਹੜੇ ਇਹ ਆਲਰੇਡੀ ਕੈਂਸਲ ਹੈ ਕਿਉਂਕਿ ਇੱਥੇ ਮੇਲ ਹੈ, ਇੱਥੇ ਮੇਲ ਹੈ, ਇੱਥੇ ਆਲਰੇਡੀ B ਹੈ, ਇੱਥੇ F ਨਹੀਂ ਆਏਗਾ, ਨਹੀਂ ਆਏਗਾ, ਨਹੀਂ ਆਏਗਾ, ਨਹੀਂ ਆਏਗਾ, ਨਹੀਂ ਆਏਗਾ। ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ। ਸੋ ਨੈਕਸਟ ਹੁਣ ਆਪਾਂ ਸਟੇਟਮੈਂਟ ਪੜ੍ਹਦੇ ਹਾਂ, ਇਹ ਵੀ ਕੰਪਲੀਟ ਹੋ ਚੁੱਕੀ ਹੈ, ਠੀਕ ਹੈ ਜੀ। ਨੈਕਸਟ ਇਨਫੋਰਮੇਸ਼ਨ ਹੈ ਓਨਲੀ ਵਨ ਪਰਸਨ ਸਿਟਸ ਬਿਟਵੀਨ A ਐਂਡ F। ਆਪਾਂ ਕੋ ਓਕੇ, ਆਪਾਂ ਕੋ F ਆਲਰੇਡੀ ਹੈ ਇੱਥੇ A ਤੇ F, ਸੋ A ਇੱਧਰ ਵੀ ਹੋ ਸਕਦਾ, ਇੱਧਰ ਵੀ ਹੋ ਸਕਦਾ, ਬਟ ਲਿਖਿਆ A ਇਜ਼ ਫਾਦਰ ਆਫ G। ਸੋ F ਇੱਕ ਛੱਡ ਕੇ ਆਪਾਂ A ਇੱਥੇ ਨਹੀਂ ਅਰੇਂਜ ਕਰ ਸਕਦੇ। ਓਨਲੀ ਵਨ ਪਰਸਨ ਸਿਟਸ ਬਿਟਵੀਨ A ਐਂਡ F। ਇੱਕ ਪਰਸਨ ਰੱਖ ਕੇ A ਆਪਾਂ ਇੱਥੇ ਨਹੀਂ ਲੈ ਸਕਦੇ ਕਿਉਂਕਿ ਇਹ ਫਾਦਰ ਹੈ G ਦਾ, ਦੈਟ ਮੀਨਸ ਇੱਥੇ ਤਾਂ ਨਹੀਂ ਹੋ ਸਕਦਾ, ਸੋ A ਇੱਥੇ ਜ਼ਰੂਰ ਹੋ ਸਕਦਾ ਹੈ। ਇਸ ਬੇਸ ਤੇ ਕੀ ਬਣਦਾ ਹੈ ਕਿ A ਇੱਕ ਮੇਲ ਹੈ, ਇਹ ਫਾਦਰ ਹੈ ਕਿਹਦਾ? G ਦਾ, ਜੋ ਕਿ ਸਪੈਸੀਫਿਕਲੀ ਲਿਖਿਆ ਹੈ। ਸੋ ਇਹ ਤਾਂ ਫਾਦਰ ਹੈ G ਦਾ, ਇਹ ਸਾਨੂੰ ਕਨਫਰਮ ਹੈ। ਸੋ ਤੇ ਸਾਨੂੰ ਇਹ ਵੀ ਕਨਫਰਮ ਹੈ ਕਿ ਸੋ ਆਪਾਂ ਇਹਨੂੰ ਇੱਥੇ ਲੈ ਸਕਦੇ ਹਾਂ। ਇਹ 100% ਕਨਫਰਮ ਹੈ ਕਿ G ਦਾ ਫਾਦਰ ਹੈ A। ਸੋ F ਸਿਸਟਰ ਸੀ G ਦੀ, ਦੈਟ ਮੀਨਸ F ਦਾ ਵੀ ਫਾਦਰ
ए ही है। सो जो फादर होएगा जी का वही फादर होएगा ए का, क्योंकि सानू दस्या गया सी एफ सिस्टर है जी की। सो फिर इन्हों का फादर हो गया ए, ठीक है। सो ए आप इत्थे अरेंज कर रहे हैं। इस केस में एफ इत्थे है तो ए इधर तो नहीं लै सकते, आप ए नूं इत्थे लिखांगे, ए मेल होएगा तो ये फादर है ऑफ जी, तो फिर ये एफ का भी हो जाएगा, फादर ऑफ जी एंड एफ। आई होप तुहानूं क्लियर हो गया। सो ओनली वन पर्सन सिट्स बिटवीन एफ एंड ए, ठीक है जी। ओके, ए इज़ फादर ऑफ जी, एच ब्रदर डी। ओके, सो एच एक फीमेल सी है, सानूं क्लियर है। H's brother D sits to the immediate left of H's mother. Only one person sits between H's mother and E. Okay, so आप हुण इहनूं चेक करांगे। H का जो ब्रदर है वो सानूं क्लियर हो गया कौन है, D। सो H का जो ब्रदर है D sits to the immediate left of H's mother. सो वो H की जो मदर होएगी वो इमीडिएट लेफ्ट ते बैठा है। एच का ब्रदर एच की मदर के इमीडिएट लैफ्ट से बैठा है, बट जे एच का ब्रदर है डी, सो एच की मदर के इमीडिएट लैफ्ट एच का ब्रदर बैठा है। सो दैट मीनस डी अपनी ही मदर के इमीडिएट लैफ्ट बैठा है, क्योंकि ये फिर डी की भी मदर हो जाएगी, डीज मदर ते एच मदर ये दोनों सेम होने चाहिए। वो क्यों? क्योंकि एच एक्चुअली द ब्रदर है डी। सो एच का जो ब्रदर है डी तो फिर एच की मदर तो डी की मदर की होनी चाहिए सेम। सो आप भी कह सकते हैं डी अपनी ही मदर के इमीडिएट लैफ्ट बैठा है, ठीक है। सो इन्हों आप अरेंज करते हैं। डी सिट्स टू द इमीडिएट लैफ्ट ऑफ एच मदर, ओनली वन पर्सन सिट्स बिटवीन एच मदर एंड ई। ओके, एच की मदर जो भी होएगी वो इमीडिएट लैफ्ट डी है, तो उस तो बाद फिर एक छड़ के आप किनू लवांगे, ई नू, ठीक है। ओनली वन पर्सन सिट्स बिटवीन एच मदर एंड ई। सो जो आप इस पोर्शन को फर्स्ट देखिए, कंसिडर करिए, डी जो कि एच का ब्रदर है, सो अपनी मदर के लैफ्ट च बैठा है। सो एच की मदर आप इत्थे नहीं रख सकते क्योंकि इत्थे एच का हसबैंड है। इत्थे भी एच की मदर आप नहीं लवांगे, एच मदर नहीं लै सकते क्योंकि एच की मदर के इमीडिएट लैफ्ट ते एच का ब्रदर बैठा है। सो बट इत्थे तो एच का हसबैंड है। सो इत्थे भी एच की मदर नहीं है, इत्थे भी मदर नहीं है, इत्थे मेल है, सो इस करके एच की मदर नहीं है, इत्थे भी मेल है, इस करके एच की मदर नहीं है। इत्थे डी की डॉटर है, सो इस करके इत्थे डी की मदर तो नहीं हो सकती क्योंकि जो एच की मदर है वो डी की भी मदर है। सो इत्थे भी ऑप्शन नहीं है, इत्थे हो सकती है। सो इत्थे भी एच की मदर नहीं हो सकती क्योंकि फिर डी आएगा तो डी मेल होना चाहिए, सो ये भी गलत है। सो एच की मदर आप जिन्हों लेने हैं इस केस में एच की मदर, सो एक्चुअली इत्थे ए जो है एच का हसबैंड है, ठीक है, क्योंकि ये एच का हसबैंड भी है, ठीक है। एच फीमेल है, एच का हसबैंड भी है, तो जी का फादर भी है। सो एच का हसबैंड है, दैट मीनस एफ तो फिर ये दोनों हसबैंड वाइफ होए तो इन्हों की एफ जो डॉटर है ए दी तो एच की भी होएगी। सो जे ए एफ जो है वो एच की डॉटर है, दैट मीनस फिर ए एच की मदर नहीं हो सकती। सो इतने भी ऑप्शन कैंसल हो जाती है, ये भी ऑप्शन कैंसल सी। सो आपको ऑप्शन जो बचता है एक आही ऑप्शन बचता है। सो दैट मीनस ए कौन होएगी, बी मदर ऑफ एच। सो ये फीमेल है तो इत्थे मेल सेगा, सो इत्थे आप डी अरेंज करांगे, सो इत्थे आप लिखांगे ब्रदर ऑफ एच। सो आई होप तो इस सीक्वेंस क्लियर हो रही है। सो एक बार मैं थोड़ा जा फिर एक्सप्लेन कर दें। सो आप इत्थे एच की मदर क्यों नहीं अरेंज कर सकते क्योंकि इस सीक्वेंस के अकॉर्डिंगली सो जो एच की मदर है वो इतने अरेंज नहीं कर सकते क्योंकि एच एफ जो है वो एच की सिस्टर बन रही है, इस सॉरी एच की जो डॉटर बन रही है इस सीक्वेंस के अकॉर्डिंगली। हुण आप देखेंगे एच की मदर को इतने अरेंज कर चुके हैं। सो ओनली वन पर्सन सिट्स बिटवीन एच मदर एंड ई। सो एच इत्थे है, एच की मदर इत्थे है, एक छड़ के ई इधर नहीं आ सकता, ई है, ए है, एक छड़ के ई नूं आप इधर अरेंज कर सकते हैं। दैट मीनस ई कौन है, डॉटर ऑफ डी। इधर आप अरेंज करते हैं। सो इत्थे एच की मदर नहीं आ सकती क्योंकि ये मेल है, इत्थे एच की मदर नहीं आ सकती क्योंकि एच का ब्रदर इत्थे नहीं आएगा, एच का हसबैंड इत्थे। इत्थे एच की मदर नहीं आ सकती क्योंकि ये मेल है, इत्थे एच की मदर नहीं आ सकती क्योंकि इत्थे मेल है, इत्थे एच की मदर नहीं आ सकती क्योंकि डीज डॉटर है, तो डी की जे डॉटर है तो एच का ब्रदर सेगा डी, तो फिर इत्थे जे बी आप डी की डॉटर ले रहे हैं तो फिर एच की मदर तो नहीं हो सकती डेफिनेटली। सो इत्थे भी मेल है, इत्थे भी एच की मदर आप नहीं ले सकते।
ਸੋ ਜੇ ਆਪਾਂ ਇੱਥੇ ਐਚ ਦੀ ਮਦਰ ਐਫ ਨੂੰ ਕੰਸੀਡਰ ਕਰਦੇ ਹਾਂ, ਇੱਥੇ ਵੀ ਆਪਾਂ ਐਚ ਦੀ ਮਦਰ ਨਹੀਂ ਲੈ ਸਕਦੇ ਕਿਉਂਕਿ ਅੱਗੇ ਡੀ ਨਹੀਂ ਆਏਗਾ। ਸੋ ਜੇ ਆਪਾਂ ਇਹਨੂੰ ਐਚ ਦੀ ਮਦਰ ਕੰਸੀਡਰ ਕਰਦੇ ਹਾਂ ਤੇ ਉਸ ਤੋਂ ਬਾਅਦ ਇੱਕ ਛੱਡ ਕੇ ਆਪਾਂ ਈ ਲੈਣਾ ਜੋ ਕਿ ਇੱਧਰ ਵੀ ਅਰੇਂਜ ਨਹੀਂ ਹੋਏਗਾ, ਬੀ ਹੈ। ਇੱਕ ਛੱਡ ਕੇ ਆਪਾਂ ਈ ਇੱਧਰ ਵੀ ਅਰੇਂਜ ਨਹੀਂ ਹੋਏਗਾ, ਸੋ ਐਚ ਦੀ ਮਦਰ ਨੂੰ ਆਪਾਂ ਇੱਧਰ ਵੀ ਨਹੀਂ ਲੈ ਸਕਦੇ ਬਿਕੋਜ਼ ਲਿਖਿਆ ਓਨਲੀ 1% ਸਿਟਸ ਬਿਟਵੀਨ ਐਚ ਮਦਰ ਐਂਡ ਈ। ਸੋ ਇਹ ਦੋਨੋਂ ਹੀ ਪਾਸੇ ਇਹਦੀ ਸੀਕੁਐਂਸ ਨਹੀਂ ਬਣੇਗੀ। ਸੋ ਦੈਟ ਮੀਨਸ ਇੱਥੇ ਕਿਸੇ ਵੀ ਜਗ੍ਹਾ ਤੇ ਐਚ ਦੀ ਮਦਰ ਨੂੰ ਆਪਾਂ ਅਰੇਂਜ ਨਹੀਂ ਕਰ ਸਕਦੇ। ਸੋ ਇਹ ਸਟੇਟਮੈਂਟ ਹੋ ਜਾਏਗੀ ਗਲਤ। आई होप जो ਤੁਹਾਨੂੰ ਇਹ ਕਲੀਅਰ ਨਹੀਂ ਹੈ ਇਹਨੂੰ ਇੱਕ ਵਾਰ ਫਿਰ ਦੁਬਾਰਾ ਦੇਖੋ, ਇਸ ਬਲੱਡ ਰਿਲੇਸ਼ਨ ਦੇ ਅਕੋਰਡਿੰਗਲੀ ਤੁਹਾਨੂੰ ਇਹ ਕਲੀਅਰ ਹੋ ਜਾਏਗਾ ਕਿ ਇਹ ਸੀਕੁਐਂਸ ਗਲਤ ਬਣ ਰਹੀ ਹੈ। ਓਨਲੀ ਠੀਕ ਹੈ, ਸੋ ਇੱਥੇ ਅਰੇਂਜ ਹੋ ਚੁੱਕਾ ਹੈ। ਓਨਲੀ 1% ਸਿਟਸ ਬਿਟਵੀਨ ਐਚ ਐਂਡ ਜੀ। ਓਕੇ, ਐਚ ਤੇ ਜੀ ਦੇ ਵਿੱਚ ਸਿਰਫ 1% ਬੈਠਾ ਹੈ। ਐਚ ਵਾਲੇ ਆਪਾਂ ਨੂੰ ਕਨਫਰਮ ਨਹੀਂ ਹੈ। ਜੀ ਇਜ਼ ਮਦਰ ਆਫ ਸੀ। ਓਕੇ, ਜੀ ਵੀ ਇੱਕ ਫੀਮੇਲ ਹੈ ਤੇ ਉਹ ਮਦਰ ਹੈ ਕਿਹਦੀ, ਸੀ ਦੀ। ਸੋ ਜੀ ਇਜ਼ ਮਦਰ ਆਫ ਸੀ, ਦੈਟ ਮੀਨਸ ਜੀ ਇੱਥੇ ਤਾਂ ਆਪਾਂ ਨਹੀਂ ਲੈ ਸਕਦੇ। ओके, एक्चुअली एच भी इतने नहीं ले सकते क्योंकि एच भी फीमेल है। सो आ ही दो ऑप्शन बचते हैं। ठीक है, जी इज मदर ऑफ सी। सो एच ਤੇ ਜੀ ਆਪਾਂ ਇੱਥੇ ਹੀ ਲਵਾਂਗੇ ਤੇ ਫਿਰ ਇੱਥੇ ਸੀ ਕਨਫਰਮ ਹੋ ਜਾਏਗਾ ਬਿਕੋਜ਼ ਉਹਨਾਂ ਨੇ ਕਿਹਾ ਓਨਲੀ 1% ਸਿਟਸ ਬਿਟਵੀਨ ਐਚ ਐਂਡ ਜੀ ਤੇ ਇਹਨਾਂ ਚੋਂ ਇੱਕ ਐਚ ਹੈ ਤੇ ਇੱਕ ਜੀ ਹੈ ਕਿਉਂਕਿ ਦੋਨੋਂ ਹੀ ਫੀਮੇਲ ਹੈ, ਐਚ ਵੀ ਫੀਮੇਲ ਹੈ ਤੇ ਜੀ ਵੀ ਫੀਮੇਲ ਹੈ ਬਿਕੋਜ਼ ਲਿਖਿਆ ਹੈ ਜੀ ਇਜ਼ ਮਦਰ ਆਫ ਸੀ। ਸੋ ਦੋਨੋਂ ਹੀ ਇੱਥੇ ਨਹੀਂ ਆ ਸਕਦੇ, ਦੈਟ ਮੀਨਸ ਉਹ ਦੋਨੋਂ ਇੱਥੇ ਹੋ ਗਏ। ਜੀ ਇਜ਼ ਨॉट ਐਨ ਇਮੀਡੀਏਟ ਨੇਬਰ ਆਫ ਈ, ਜੀ ਇਹਦਾ ਇਮੀਡੀਏਟ ਨੇਬਰ ਨਹੀਂ ਹੈ। ਸੋ ਦਿਸ ਇਜ਼ ਜੀ ਐਂਡ ਦਿਸ ਇਜ਼ ਐਚ। ਸੋ ਇਹ ਫੀਮੇਲ ਹੈ, ਇਹ ਵੀ ਫੀਮੇਲ ਹੈ। ਠੀਕ ਹੈ, ਸੋ ਆ ਸਾਰੀ ਸੀਕੁਐਂਸ ਕਨਫਰਮ ਹੋ ਜਾਂਦੀ ਹੈ ਤੇ ਹੁਣ ਕੁਐਸਚਨ ਸੋਲਵ ਕਰਦੇ ਹਾਂ, ਬਟ ਆਪਾਂ ਇਹਨੂੰ ਇੱਕ ਵਾਰ ਚੈੱਕ ਕਰ ਲੈਂਦੇ ਹਾਂ। ਐਚ ਤੇ ਏ ਹਸਬੈਂਡ ਵਾਈਫ ਹੈ ਇਸ ਦੇ ਅਕੋਰਡਿੰਗਲੀ। ਠੀਕ ਹੈ, ਤੇ ਏ ਜੀ ਦਾ ਏ ਜੀ ਦਾ ਫਾਦਰ ਸੀ, ਦੈਟ ਮੀਨਸ ਐਫ ਦਾ ਵੀ ਫਾਦਰ ਹੋਏਗਾ। ਤੇ ਓਕੇ, ਸੋ ਹੁਣ ਆਪਾਂ ਇੱਕ ਦੋ ਰਿਲੇਸ਼ਨਸ਼ਿਪਸ ਹੋਰ ਇੱਥੇ ਐਡਜਸਟ ਕਰ ਸਕਦੇ ਹਾਂ। ਐਚ ਦਾ ਬ੍ਰਦਰ ਹੈ ਜੋ ਉਹ ਡੀ ਸੀਗਾ, ਇਹ ਸਾਨੂੰ ਕਨਫਰਮ ਹੈ। ਤੇ ਐਚ ਤੇ ਡੀ ਦੀ ਜੋ ਮਦਰ ਹੈ ਉਹ ਅਕੋਰਡਿੰਗਲੀ ਬੀ ਹੈ ਜੋ ਕਿ ਆਪਾਂ ਇੱਥੇ ਅਰੇਂਜ ਕਰ ਚੁੱਕੇ ਹਾਂ ਕਿਉਂਕਿ ਐਚ ਦੀ ਮਦਰ ਦੀ ਇਮੀਡੀਏਟ ਡੀ ਸੀਗਾ ਜੋ ਕਿ ਐਚ ਦਾ ਬ੍ਰਦਰ ਸੀ। ਸੋ 1 2 3 4 5 6 7 ਇੱਕ ਪਰਸਨ ਹੋ ਰਿਹਾ ਹੈ। ਓਕੇ, ਈ ਡਾਟਰ ਆਫ ਡੀ। ਸੋ ਡੀ ਦੀ ਡਾਟਰ ਕੌਣ ਹੈ, ਈ। ਸੋ ਇਹ ਫੀਮੇਲ ਹੋ ਜਾਏਗੀ। ਠੀਕ ਹੈ, ਸੋ ਇਹ ਸਾਰਾ ਕਨਫਰਮ ਹੋ ਜਾਂਦਾ ਹੈ। ਸੋ ਸੀ ਜੋ ਹੈ ਉਹ ਮੇਲ ਹੈ ਬਿਲਕੁਲ ਕਿਉਂਕਿ ਸੀ ਆਪਾਂ ਇੱਥੇ ਅਰੇਂਜ ਕੀਤਾ ਸੀ ਫਿਰ ਲਾਸਟ ਪੋਜੀਸ਼ਨ ਤੇ ਜਿਹੜੀ ਬਚੀ ਸੀ। ਸੋ ਆ ਸੀਕੁਐਂਸ ਕੰਪਲੀਟ ਹੋ ਜਾਂਦੀ ਹੈ। ਆ ਸੀਕੁਐਂਸ ਗਲਤ ਹੈ। क्वेश्चन चेक करते हैं, व्हाट इज द पोजीशन ऑफ ए विद रिस्पेक्ट टू हिज मदर इन लॉ। ए दी मदर इन लॉ इज बी। ठीक है, सो ए दी पोजीशन दसनी है बी दे अकॉर्डिंगली। फर्स्ट सेकंड ए एंटी क्लॉकवाइज जाएगा, सेकंड टू द राइट। सो सेकंड टू द राइट, सो आंसर जो जाता है दैट इज फोर्थ। नेक्स्ट क्वेश्चन है, व्हाट इज द पोजीशन ऑफ ए विद रिस्पेक्ट टू हिज ग्रैंड चाइल्ड। सो ए दा ग्रैंड चाइल्ड कौन होएगा, ए दा ग्रैंड चाइल्ड इज सी। सो immediate right क्योंकि एंटी क्लॉकवाइज immediate right, so immediate right answer is first. How many people sit between C and his uncle? C ਇੱਥੇ ਹੈ, ਉਹਦਾ ਅੰਕਲ ਇਹਨਾਂ ਚੋਂ ਆਦਾ ਉਹਨਾਂ ਦਾ ਗ੍ਰੈਂਡਫਾਦਰ ਹੈ, ਅੰਕਲ ਇਹਨਾਂ ਚੋਂ ਸਿਰਫ ਡੀ ਹੋ ਸਕਦਾ ਹੈ ਬਿਕੋਜ਼ ਹੋਰ ਕੋਈ ਆਪਸ਼ਨ ਨਹੀਂ ਹੈ, ਇਹ ਗ੍ਰੈਂਡ ਅੰਕਲ ਹੋ ਜਾਏਗਾ। ਸੋ ਅੰਕਲ ਇਸ ਕਰਕੇ ਕਿਉਂਕਿ ਆ ਵੀ ਫੀਮੇਲ, ਆ ਵੀ ਫੀਮੇਲ, ਆ ਵੀ ਫੀਮੇਲ ਹੈ, ਆ ਮੇਲ ਹੈ ਬਟ ਇਹ ਤਾਂ ਮਦਰ ਦਾ ਫਾਦਰ ਹੈ, ਸੋ ਗ੍ਰੈਂਡਫਾਦਰ ਹੋਏਗਾ, ਆ ਵੀ ਫੀਮੇਲ ਹੈ, ਵੀ ਫੀਮੇਲ ਹੈ, ਆਹੀ ਤਾਂ ਇੱਕ ਮੇਲ ਹੈ। ਸੋ ਦਿਸ ਸ਼ੁਡ ਬੀ योर ਅੰਕਲ। So question ਸੀਗਾ, how many people sit between C and his uncle? Uncle is D, C and D. C is here, D is here, only one person, B. So only one person. So answer is first. I hope ਤੁਹਾਨੂੰ clear ਹੋ ਗਿਆ question. 4 of the following 5 are like in a certain way based on the given information and so form ਅਗਾ ਜੋ ਗਰੁੱਪ ਨੂੰ ਬਿਲੋਂਗ ਨਹੀਂ ਕਰਦਾ ਦੱਸਣਾ। F C E H G, F C E H G। ਜੇ ਆਪਾਂ ਇੱਥੇ ਚੈੱਕ ਕਰੀਏ F C female male, E female, H female and the last one is G female। definitely answer ਆਪਾਂ C ਦੇ ਸਕਦੇ ਹਾਂ, C is the male, second answer ਆ ਜਾਏਗਾ। which of the following is true with respect to the given sitting arrangement। so ਆਪਾਂ ਦੱਸਣਾ ਹੈ true ਕੀ ਹੈ। B is the mother of H, definitely B is the mother of H, ਇਹ ਸਾਡਾ ਆਨਸਰ ਕਲੀਅਰ ਹੋ ਜਾਏਗਾ 5th। ਸੋ ਸਾਨੂੰ ਬਾਕੀ ਸਾਰੇ ਪੜ੍ਹਨ ਦੀ ਲੋੜ ਨਹੀਂ ਹੈ। ਜਦੋਂ ਆਪਾਂ ਇੱਦਾਂ ਦਾ ਕੁਝ ਦੱਸਣਾ ਹੋਵੇ ਕਿ ਕਿਹੜੀ ਇਹਦੇ ਵਿੱਚ ਇਨਫੋਰਮੇਸ਼ਨ ਟਰੂ ਹੈ, ਸਹੀ ਹੈ, ਸੋ ਸੁਜੈਸਟ ਤੁਸੀਂ ਲਾਸਟ ਤੋਂ ਸ਼ੁਰੂ ਕਰੋ ਬਿਕੋਜ਼ ਚਾਂਸਿਸ ਹੈ ਕਿ ਉਹ ਤੁਹਾਡਾ ਆਨਸਰ ਸਹੀ ਹੋ ਸਕਦਾ। Okay, I think we missed one question। 6th ਹੋ ਗਿਆ ਸੀ, 1 2 3 4 5th ਮੈਂ ਮਿਸ ਕਰਤਾ ਆਪਾਂ, 5th ਇਹ ਵੀ ਆਪਾਂ ਆਈ ਹੋਪ ਕਰ ਚੁੱਕੇ ਸੀਗੇ। 1 2 3 4 5 ਸੋ ਕੋਈ ਕੁਐਸਚਨ ਕਿਹੜਾ ਮਿਸ ਕੀਤਾ ਆਪਾਂ। we'll see again, what is the position of A with respect to mother in law। so ਇਹ ਹੋ ਗਿਆ ਸੀ
mother-in-law the second to the right. Who among the following is D's daughter? Okay, ये क्वेश्चन नहीं किया D's daughter कौन है? E. आंसर इज थर्ड. सो इतने आंसर किया जाएगा थर्ड. सो फोर्थ तो बाद इतने थर्ड होएगा आंसर. नेक्स्ट फोर्थ तो बाद थर्ड फोर्थ कर लिया सी ਆਪਾਂ. फर्स्ट सेकंड थर्ड फोर्थ फिफ्थ सिक्स. ठीक है, 6 क्वेश्चन हो चुके हैं. नेक्स्ट है 7th क्वेश्चन. Who sits to the immediate left of C? C the immediate left B है, mother of H. C the immediate left B. So ਆਪਾਂ ਕੀ ਕਵਾਂਗੇ? B F's grandmother, F the grandmother. बिल्कुल ਆਪਾਂ ਕਹਿ ਸਕਦੇ ਹਾਂ G's son. G ਦਾ son ਤਾਂ ਨਹੀਂ ਹੈ. D's mother in law नहीं हो सकता. A नहीं है, G नहीं. F's grandmother definitely आंसर आप टिक कर सकते हैं. सो आंसर इज फर्स्ट. आई होप दोनों क्लियर हो रहा है. सो 1 2 3 4 5 6 7 क्वेश्चन अपने कंप्लीट हो चुके हैं. बिकॉज बी आप दसना सी. सी ਦੇ ਇਮੀਡੀਏਟ ਲੈਫਟ ਦੇ ਵਿੱਚ ਬੀ ਮਦਰ ਆਫ ਐਚ ਹੈ, ਮਦਰ ਆਫ ਐਚ. ਸੋ ਉਹ ਐਕਚੁਅਲੀ ਐਫ ਦੀ ਗ੍ਰੈਂਡ ਮਦਰ ਵੀ ਹੈ. ਕਲੀਅਰ ਹੈ, ਬਿਲਕੁਲ ਆਂਸਰ ਸਹੀ ਹੈ. ਸੋ ਇਹ ਸਾਡੇ ਕੁਐਸਚਨਸ ਕੰਪਲੀਟ ਹੁੰਦੇ ਹੈ. आई होप ਤੁਹਾਨੂੰ ਇਹ ਕੁਐਸਚਨ ਕਲੀਅਰ ਹੋਇਆ ਹੈ. ਜੇ ਇਨ ਕੇਸ ਨਹੀਂ ਤਾਂ ਆਈ ਵਿਲ ਸੁਜੈਸਟ ਯੂ ਕਿ ਤੁਸੀਂ ਇਸ ਵੀਡੀਓ ਨੂੰ ਦੁਬਾਰਾ ਇੱਕ ਵਾਰ ਚੈੱਕ ਕਰੋ. ਤੇ ਜੇ ਬਲੱਡ ਰਿਲੇਸ਼ਨ ਦਾ ਟੌਪਿਕ ਕਲੀਅਰ ਨਹੀਂ ਹੈ ਤਾਂ ਇੱਕ ਵਾਰ ਬਲੱਡ ਰਿਲੇਸ਼ਨ ਦਾ ਟੌਪਿਕ ਵੀ clear करो. Question number 22. So A, B, C, D, E, F, G and H are sitting around a circle facing the center. ठीक है. A sits fourth to the right of H. So ਆਪਾਂ ਪਹਿਲਾਂ arrange ਕਰ ਦਾਂਗੇ 4 6 8. A sits fourth to the right of H but second to the left of F. So A है जो वो H ਦੇ fourth right ਤੇ ਹੈ but second to the left of F. So ਆਪਾਂ F ਨੂੰ ਜੇ base ਲਈਏ second to the left of F the first second left ਤੇ, but A is fourth to the right of H. So ਆਪਾਂ ਨੂੰ H ਇੱਥੇ ਲੈਣਾ ਪਏਗਾ ਤਾਂ ਕਿ ਉਹਦੇ first second third fourth ਤੇ right ਤੇ A ਆ ਜਾਏ. So H ਦੇ first second third fourth anti clockwise A ਆ ਜਾਏਗਾ. C is not an immediate neighbor of F and B. C is not an immediate neighbor of F and B. F तो है, B नहीं है. So D sits third to the right of C. H never sits next to G. I think ਇੱਥੇ ਕੋਈ statement miss ਹੋ ਸਕਦੀ ਹੈ. B ਦੇ ਬਾਰੇ ਕੋਈ information ਨਹੀਂ ਹੈ. C is not an immediate neighbor of F and B. So where is B? D sits third to the right of C. Okay, we'll see. D sits third to the right of C. C ਜੇ ਇੱਥੇ ਲਈਏ ਫਸਟ ਸੈਕਿੰਡ ਥਰਡ ਰਾਈਟ ਤੇ ਨਹੀਂ ਆ ਸਕਦਾ. C ਜੇ ਇੱਥੇ ਲਈਏ ਫਸਟ ਸੈਕਿੰਡ ਥਰਡ ਇੱਥੇ ਆ ਸਕਦਾ. ਸੋ C ਠੀਕ ਹੈ. C ਇੱਕ ਨਹੀਂ ਆ ਸਕਦਾ. ਇੱਥੇ ਵੀ C ਨਹੀਂ ਆ ਸਕਦਾ ਬਿਕੋਜ਼ ਫਸਟ ਸੈਕਿੰਡ ਥਰਡ ਰਾਈਟ ਤੇ ਨਹੀਂ ਆਏਗਾ. C is D sits out to the right of C. D ਇੱਥੇ ਨਹੀਂ ਆ ਸਕਦਾ. ਇੱਥੇ ਵੀ C ਨਹੀਂ ਆ ਸਕਦਾ. ਇੱਥੇ C ਲਈਏ ਤਾਂ ਫਸਟ ਸੈਕਿੰਡ ਥਰਡ ਇੱਥੇ ਵੀ ਨਹੀਂ ਆਏਗਾ. C ਇੱਥੇ ਨਹੀਂ ਆ ਸਕਦਾ. ਇੱਥੇ ਨਹੀਂ ਆ ਸਕਦਾ. C ਇੱਥੇ ਲਈਏ ਤਾਂ ਫਸਟ ਸੈਕਿੰਡ ਥਰਡ ਰਾਈਟ ਤੇ ਕੀ ਆ ਜਾਏਗਾ? D. ਸੋ ਆਪਾਂ ਨੇ ਇੱਕ ਹੋਰ ਆਪਸ਼ਨ ਬਣਦਾ. ਸੋ ਇੱਥੇ ਸੀ F A H C ਇੱਥੇ ਲਈਏ ਤਾਂ ਫਸਟ ਸੈਕਿੰਡ ਥਰਡ ਰਾਈਟ ਤੇ ਇੱਥੇ D ਆ ਜਾਏਗਾ. C is not an immediate neighbor of F and B. C is not an immediate. Okay, sorry. So C is not an immediate neighbor of F and B. So C actually ਇੱਥੇ ਨਹੀਂ ਆ ਸਕਦਾ. F ਦਾ immediate neighbor नहीं है C. Okay. ठीक है. सो ਇੱਥੇ ਵੀ C नहीं है, ਇੱਥੇ ਵੀ C नहीं है, ਇੱਥੇ ਵੀ C नहीं है. ऑलरेडी H है, ਇੱਥੇ ਵੀ C नहीं है, ਇੱਥੇ ਵੀ नहीं है. ਸੋ ਆਹ ਤਿੰਨੇ ਆਪਸ਼ਨ ਸੀ. C ਇੱਥੇ ਨਹੀਂ ਹੋ ਸਕਦਾ, ਫਸਟ ਸੈਕਿੰਡ ਥਰਡ ਨਹੀਂ ਆਣਾ. C ਇੱਥੇ ਹੋ ਸਕਦਾ, ਫਸਟ ਸੈਕਿੰਡ ਥਰਡ ਆ ਜਾਏਗਾ. C ਇੱਥੇ ਨਹੀਂ ਆ ਸਕਦਾ, ਫਸਟ ਸੈਕਿੰਡ ਥਰਡ ਇੱਥੇ D ਨਹੀਂ ਆਣਾ. ਡੈਫੀਨੇਟਲੀ C ਦੀ ਕੋਈ ਆਪਸ਼ਨ ਹੈ. ਬਟ ਹੁਣ ਜੇ C ਇੱਥੇ ਅਰੇਂਜ ਹੋ ਚੁੱਕਾ ਹੈ ਦੈਟ ਮੀਨਸ ਇੱਥੇ B ਨਹੀਂ ਆ ਸਕਦੇ. H never sits next to G. D okay ਇੱਥੇ ਆਪਾਂ D ਅਰੇਂਜ ਕਰਾਂਗੇ. C ਦੇ ਫਸਟ ਸੈਕਿੰਡ ਥਰਡ ਰਾਈਟ ਤੇ ਰਾਈਟ ਥਰਡ D. ਇੱਥੇ B ਨਹੀਂ ਆ ਸਕਦਾ. ਡੈਫੀਨੇਟਲੀ ਦਿਸ ਇਜ਼ B. H never sits next to G. H never sits next to G. G ਇੱਥੇ ਨਹੀਂ ਹੈ, ਸੋ G ਇੱਥੇ ਹੈ. ਓਕੇ ਕਰੈਕਟ. ਸੋ ਕੰਪਲੀਟ ਹੋ ਗਿਆ A B C D. This one is E F and G and H. ਬਿਲਕੁਲ ਡੈਫੀਨੇਟਲੀ ਆ ਕੁਐਸਚਨ ਸਹੀ ਹੈ ਤੇ ਇਹ ਕੰਪਲੀਟ ਹੋ ਚੁੱਕਾ ਹੈ. Who among the following sits between B and D? B and D. Answer is F. Answer is second. Which of the following pair sits between H and G? H and G. EC. CE. Correct. Third answer. Alike. So apa odd kadna hai. AE. AE. So I'll try again with a different color. AE. HF. H and F एक छड़ के दो छड़ के है. BD एक छड़ के है. GE भी एक छड़ के है. CH
CH भी छड़ के A ते E डेफिनेटली गलत है. So I mean to say कि A ते E डेफिनेटली डिफरेंट है. So फर्स्ट आंसर आ जाएगा. Who is to the immediate right of A? A the immediate right anti-clockwise. D answer is second. ठीक है. फिफ्थ क्वेश्चन है O sits second to the right of B. B the second right anti-clockwise 1 to E. Answer is fourth. So ये सारे आंसर्स है. आई होप ਤੁਹਾਨੂੰ ਇਹ क्वेश्चन क्लियर होया होएगा. Okay, sixth question भी है. Which of the following which is the position of B with respect to C? B ਦੀ position with respect to C. C ਦੇ ਹਿਸਾਬ ਨਾਲ. So C ਨੂੰ base ਲਵਾਂਗੇ ਉਹਦੇ clockwise 1 2 3 third to the left answer is third. Okay. Okay, ਦੋ options भी है. Third to the ਇੱਧਰ ਨੂੰ 1 2 3 third to the left, but ਇੱਧਰ 1 2 3 4 fifth to the right. Is there any fifth to the right? Fifth to the right is also there. Fourth भी answer है. Third and fourth. So third and fourth. So answer is fifth actually. I hope ਤੁਹਾਨੂੰ clear ਹੋ ਰਿਹਾ है because left तो भी हो सकता है, right तो भी हो सकता है. Third to the left भी है, सही है. So third to the left और fifth to the right दोनों ही सही है actually. दोनों का meaning same ही है. Okay. So I hope ਤੁਹਾਨੂੰ ਇਹ question clear हो गया. Question number 23. V, U, T are seated in a circle facing the center. A, B and C are also seated in the same circle, but two of them are not facing the center. So ਆਪਾਂ ਨੂੰ ਦੇਖਾਂਗੇ V, U ਤੇ T. So ਇਹ ਤਿੰਨੋਂ ਕਿੱਧਰ ਫੇਸ ਕਰ ਰਿਹਾ ਹੈ? Center. But A, B and C ਇਹਨਾਂ ਵਿੱਚੋਂ ਜਿਹੜੇ ਦੋ ਹੈ ਉਹ ਫੇਸ ਕਰਦੇ ਹੈ, but two of them are not facing the center. ਉਹ opposite ਫੇਸ ਕਰਦੇ ਹੈ, opposite center, ਤੇ ਇੱਕ ਜਿਹੜਾ ਹੈ ਉਹ ਸੈਂਟਰ ਨੂੰ ਫੇਸ ਕਰ ਰਿਹਾ. ਚਲੋ ਮਤਲਬ ਚਾਰ ਸੈਂਟਰ ਨੂੰ ਫੇਸ ਕਰਦੇ, ਦੋ ਆਪੋਜ਼ਿਟ, ਕਿਉਂਕਿ ਟੋਟਲ 6 ਪਰਸਨਸ ਹੈ. ਸੋ ਆਪਾਂ 6 ਪਰਸਨਸ ਨੂੰ ਅਰੇਂਜ ਕਰਾਂਗੇ. ਓਕੇ, ਫੇਸਿੰਗ ਆਪੋਜ਼ਿਟ ਡਾਇਰੈਕਸ਼ਨ ਟੂ ਦ ਸੈਂਟਰ. V ਇਜ਼ ਸੈਕਿੰਡ ਟੂ ਦ ਲੈਫਟ ਆਫ C. ਸੋ ਜੇ ਆਪਾਂ C ਨੂੰ ਅਰੇਂਜ ਕਰੀਏ, ਬਟ ABC ਚੋਂ ਸਾਨੂੰ ਪਤਾ ਨਹੀਂ ਹੈ ਕਿ ਕਿਹਦਾ ਫੇਸ ਸੈਂਟਰ ਹੈ ਜਾਂ ਕਿਹਦਾ ਆਪੋਜ਼ਿਟ ਹੈ. ਆਈ ਸੁਜੈਸਟ ਤੁਸੀਂ ਜਦ ਤੱਕ ਕਨਫਰਮ ਨਹੀਂ ਹੈ ਬੇਸ ਉਦੋਂ ਕੁਐਸਚਨ ਸਟਾਰਟ ਨਾ ਕਰੋ. ਸੋ ਇਸ ਕੁਐਸਚਨ ਨੂੰ, ਇਸ ਸਟੇਟਮੈਂਟ ਨੂੰ ਆਪਾਂ for the time being ਲੀਵ ਕਰਦੇ ਹਾਂ. U is second to the right of A. ਇੱਥੇ ਬੇਸ A ਹੈ, ਬਟ I'll suggest ਇਹਨੂੰ ਵੀ ਆਪਾਂ ਬੇਸ ਨਹੀਂ ਲੈ ਸਕਦੇ. ਨੈਕਸਟ ਦੇਖਦੇ ਹਾਂ, B is third to the left of T. ਸੋ T ਨੂੰ ਜ਼ਰੂਰ ਆਪਾਂ ਬੇਸ ਲੈ ਸਕਦੇ ਹਾਂ ਕਿਉਂਕਿ T ਦਾ ਫੇਸ ਸਾਨੂੰ ਸੈਂਟਰ ਪਤਾ ਹੈ. ਸੋ ਇੱਥੇ ਆਪਾਂ T ਨੂੰ ਅਰੇਂਜ ਕਰਦੇ ਹਾਂ. B is third to the left ਹੋਇਆ clockwise 1 2 3. ਸੋ ਇੱਥੇ B ਆ ਜਾਏਗਾ. C is second to the right of T. ਰਾਈਟ ਮੀਨਸ ਐਂਟੀ ਕਲੌਕਵਾਈਜ਼ 1 2. ਇੱਥੇ C ਆ ਜਾਏਗਾ. ਇਹਨਾਂ ਦਾ ਹਲੇ ਫੇਸ ਨਹੀਂ ਪਤਾ ਕਿੱਧਰ ਹੈ. A is seated next to V. A is seated next to V. ਦੈਟ ਮੀਨਸ A ਤੇ V ਇਕੱਠੇ ਬੈਠੇ ਹੈ. ਸੋ A ਵੀ ਇੱਥੇ ਹੋਊਗਾ. ਇੱਥੇ U ਕਨਫਰਮ ਹੋ ਜਾਂਦਾ ਹੈ. ਫਿਰ ਇਹਦਾ ਵੀ ਫੇਸ ਸੈਂਟਰ ਹੈ ਕਿਉਂਕਿ ਸਾਨੂੰ ਕਨਫਰਮ ਹੈ. ਇਹ ਦੋ ਕਨਫਰਮ ਹੋ ਗਏ. ਹੁਣ A ਵੀ ਹੈ ਤਾਂ ਇੱਥੇ, ਬਟ ਕੌਣ ਕਿੱਥੇ ਹੈ ਇਹ ਕਨਫਰਮ ਨਹੀਂ ਹੈ. ਦੋ ਲਾਈਨਸ ਆਪਾਂ ਛੱਡੀਆਂ ਸੀ. V is second to the left of C. C ਦੇ ਸੈਕਿੰਡ ਲੈਫਟ ਤੇ V ਇੱਦਾਂ ਤਾਂ ਪੋਸੀਬਲ ਨਹੀਂ ਹੈ ਕਿਉਂਕਿ ਲੈਫਟ ਕਲੌਕਵਾਈਜ਼ ਹੁੰਦਾ ਹੈ. ਸੋ ਡੈਫੀਨੇਟਲੀ ਇਹਨੂੰ ਆਪਾਂ ਨੂੰ ਫੇਸ ਨੂੰ ਆਊਟਸਾਈਡ ਕਰਨਾ ਪਏਗਾ ਤਾਂ ਕਿ ਲੈਫਟ ਚੇਂਜ ਹੋ ਜਾਏ. ਫਸਟ ਸੈਕਿੰਡ ਇੱਥੇ V ਕਨਫਰਮ ਹੋ ਜਾਏਗਾ ਤੇ V ਦਾ ਫੇਸ ਸੈਂਟਰ ਹੈ. ਸੋ ਇਹ ਕਨਫਰਮ ਹੋ ਜਾਂਦਾ A. ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ. C ਦਾ ਆਪਾਂ ਫਸਟ ਸੈਕਿੰਡ ਲੈਫਟ ਤੇ ਨਹੀਂ ਅਰੇਂਜ ਕਰ ਸਕਦੇ T. ਸੋ ਐਕਚੁਅਲੀ C ਦਾ ਫੇਸ ਆਪਾਂ ਨੂੰ ਆਪੋਜ਼ਿਟ ਕਰਨਾ ਪਏਗਾ ਤਾਂ ਕਿ ਜੇ ਸੈਂਟਰ ਹੁੰਦਾ ਤਾਂ ਇੱਧਰ ਨੂੰ ਹੀ ਲੈਫਟ ਰਹੇਗਾ ਹਮੇਸ਼ਾ, ਬਟ ਆਪੋਜ਼ਿਟ ਕਰਾਂਗੇ ਤਾਂ ਲੈਫਟ ਚੇਂਜ ਹੋ ਜਾਏਗਾ ਇੱਧਰ ਨੂੰ. ਸੋ V ਇੱਥੇ ਆਪਾਂ ਅਰੇਂਜ ਕਰ ਸਕਦੇ ਹਾਂ, ਬਟ V ਸਾਨੂੰ ਕਨਫਰਮ ਹੈ ਦਾ ਫੇਸ ਸੈਂਟਰ ਹੈ. ਸੋ T U ਤੇ V ਕਨਫਰਮ ਹੈ. ਹੁਣ ਇਹਦਾ ਆਪੋਜ਼ਿਟ ਹੈ, ਇਹਨਾਂ ਦੋਨੋਂ ਚੋਂ ਕਿਸੇ ਇੱਕ ਦਾ ਆਪੋਜ਼ਿਟ ਹੈ, ਇੱਕ ਸੈਂਟਰ ਹੈ. ਨੈਕਸਟ ਹੈਗਾ U ਇਜ਼ ਸੈਕਿੰਡ ਟੂ ਦ ਰਾਈਟ ਆਫ A. ਸੋ ਜੇ A ਦਾ ਫੇਸ ਸੈਂਟਰ ਹੋਵੇ ਤਾਂ ਰਾਈਟ ਐਂਟੀ ਕਲੌਕਵਾਈਜ਼ U ਕਨਫਰਮ ਹੁੰਦਾ ਹੈ ਬਿਲਕੁਲ. ਸੋ A ਦਾ ਫੇਸ ਸੈਂਟਰ ਹੈ ਤਾਂ ਕਿ ਉਹਦੇ ਫਸਟ ਸੈਕਿੰਡ ਰਾਈਟ ਤੇ U ਆ ਗਿਆ. U ਇਜ਼ ਸੈਕਿੰਡ ਟੂ ਦ ਰਾਈਟ ਆਫ A. ਸਾਨੂੰ ਕਨਫਰਮ ਹੁੰਦਾ ਹੈ ਕਿ ਜਿਹੜਾ ਫੇਸ ਆਪੋਜ਼ਿਟ ਹੈ ਉਹ ਕੌਣ ਹੈ? B. ਸੋ ਇਹ ਕੁਐਸਚਨ ਸਾਡਾ ਕੰਪਲੀਟ ਹੋ ਜਾਂਦਾ ਹੈ. ਸੋ ਕੁਐਸਚਨ ਦਾ ਫਸਟ ਕੁਐਸਚਨ ਚੈੱਕ ਕਰਦੇ ਹਾਂ ਆਪਾਂ. ਵਿਚ ਆਫ ਦ ਫੋਲੋਇੰਗ ਇਜ਼ ਨਾਟ ਫੇਸਿੰਗ ਦ ਸੈਂਟਰ. ਸੋ ਕੌਣ ਸੈਂਟਰ ਨੂੰ ਫੇਸ ਨਹੀਂ ਕਰਦਾ? ਦੈਟ ਇਜ਼ CB, BC. ਸੋ ਆਂਸਰ ਜੋ ਟਿਕ ਕਰਾਂਗੇ ਆਪਾਂ ਹੋਏਗਾ ਥਰਡ. ਵਿਚ ਆਫ ਦ ਫੋਲੋਇੰਗ ਇਜ਼ T's ਪੋਜੀਸ਼ਨ ਵਿਦ ਰਿਸਪੈਕਟ ਟੂ B. B ਦੇ ਹਿਸਾਬ ਨਾਲ T ਦੀ ਪੋਜੀਸ਼ਨ. ਸੋ ਇਹ ਇੱਧਰੋਂ ਜਾਓ ਜਾਂ ਇੱਧਰੋਂ ਜਾਓ, ਲੈਫਟ ਵੀ ਥਰਡ ਹੋਏਗਾ, ਰਾਈਟ ਵੀ ਥਰਡ ਹੋਏਗਾ. ਥਰਡ ਟੂ ਦ ਰਾਈਟ, ਥਰਡ ਟੂ ਦ ਲੈਫਟ, either third to the right or to the left. So bilkul answer is fourth. Which of the following is V's position with respect to C? So C ਨੂੰ ਆਪਾਂ ਬੇਸ ਲਵਾਂਗੇ ਤੇ ਪੋਜੀਸ਼ਨ ਆਪਾਂ ਦੱਸਣੀ ਹੈ B ਦੀ, V ਦੀ. V ਇੱਧਰ ਜਾਈਏ ਤਾਂ ਆਪਾਂ ਇਹਦਾ ਆਊਟਸਾਈਡ C. ਸੋ ਇੱਧਰ ਐਂਟੀ ਕਲੌਕਵਾਈਜ਼ ਲੈਫਟ ਹੋ ਜਾਏਗਾ 1 2. ਸੈਕਿੰਡ ਟੂ ਦ ਲੈਫਟ, ਸੈਕਿੰਡ ਟੂ ਦ ਲੈਫਟ ਤਾਂ ਨਹੀਂ ਹੈ. ਸੋ ਆਪਾਂ 1 2 3 4th ਟੂ ਦ ਰਾਈਟ ਚਲਾ ਜਾਵਾਂਗੇ.
फोर्थ टू द राइट आंसर इज थर्ड। ये याद रखना है, मैं क्लॉकवाइज जा रहे हैं 1 2 3 4, बट इधर इधर लेफ्ट नहीं होएगा, राइट होएगा, क्योंकि द फेस की है आउटसाइड। याद रखना है फेस जो चेंज हो जाता है, सेंटर तो आउटसाइड हो जाता है, तो लेफ्ट राइट चेंज हो जाने, तो उन्होंने ध्यान से रखना पड़ेगा। विच ऑफ द फॉलोइंग इज ट्रू रिगार्डिंग द सिटिंग अरेंजमेंट। लास्ट क्वेश्चन चेक कर दें, लास्ट पोर्शन, देयर आर ओनली टू पर्सन्स बिटवीन वी एंड टी। गलत है। दोज नॉट फेसिंग द सेंटर आर सीटेड एडजेसेंट, डेफिनेटली ये सही है। सो आंसर फोर्थ आ जाएगा, फोर्थ। सो ਇਹਦਾ मतलब है दोज हू नॉट फेसिंग द सेंटर, ਉਹ ਜਿਹੜੇ फेस नहीं कर रहे सेंटर आर सीटेड एडजेसेंट। एडजेसेंट मीनस ਉਹ एक दूजे ਦੇ ਕੋਲ बैठे है, साइड ਤੇ बैठे एक दूजे ਦੇ। सो बिल्कुल सही है, ये नेबर है। विच आर द फॉलोइंग इज ए इज पोजीशन विद रिस्पैक्ट टू यू, यू ਦੇ ਹਿਸਾਬ ਨਾਲ ਯੂ ਨੂੰ ਬੇਸ ਲਵਾਂਗੇ। ए ਦੀ ਪੋਜੀਸ਼ਨ ਦੱਸਣੀ ਹੈ, ए ਇੱਧਰ ਜੇ ਜਾਵਾਂਗੇ ਤਾਂ ਲੈਫਟ ਦੇ ਵਿੱਚ सेंटर ਨੂੰ फेस है, सो क्लॉकवाइज लेफ्ट हो गया, सेकंड टू द लेफ्ट, और फर्स्ट 2 3 फोर्थ टू द राइट, सेकंड टू द लेफ्ट डेफिनेटली सही है। सो आंसर आ जाएगा फर्स्ट। आई होप ਤੁਹਾਨੂੰ क्वेश्चन क्लियर हो रहा है, ठीक है। सो ये साढ़े आ क्वेश्चन से आंसर है। सो 5 questions, 3 4 3 4 1, so this is your answer। Question number 24, 7 people A B C D E F G are sitting around a circle, 5 of them are facing the center while 2 of them are facing opposite to the center। so 5 ਜਿਹੜੇ ਹੈ ਉਹ center ਨੂੰ face ਕਰਦੇ ਹੈ, but ਜਿਹੜੇ 2 ਹੈ ਉਹ opposite face ਕਰਦੇ ਆ। ਸੋ ਇਹਨੂੰ ਆਪਾਂ ਚੈੱਕ ਕਰਾਂਗੇ ਕਿਸ ਤਰ੍ਹਾਂ ਸੋਲਵ ਕਰਾਂਗੇ। ਆਪਾਂ 7 ਪਰਸਨਸ ਅਰੇਂਜ ਕਰਨੇ ਆ, 2 4 6 ਤੇ ਆਪਾਂ ਇੱਕ 7 ਇੱਕ ਪਰਸਨ ਲਵਾਂਗੇ, ਇੱਧਰ ਅਰੇਂਜ ਨਹੀਂ ਕਰਾਂਗੇ। ਸੋ okay, C sits third to the left of D and both are facing the center, definitely क्योंकि ਸਾਨੂੰ ਪਤਾ ਹੈ both are facing center, ਆਪਾਂ D ਨੂੰ ਬੇਸ ਲਵਾਂਗੇ, center ਨੂੰ ਫੇਸ ਕਰਾਂਗੇ, ਲੈਫਟ ਵਿੱਚ ਜਾਵਾਂਗੇ clockwise, third C 1 2 3 ਇੱਥੇ ਆ ਜਾਏਗਾ C ਤੇ ਇਹਨਾਂ ਦਾ ਫੇਸ ਵੀ ਕੀ ਹੋਏਗਾ, center, ਠੀਕ ਹੈ। E is neither an immediate neighbor of D nor of C, डी का भी नेबर नहीं है, ई तो सी का भी नहीं है। सो 1 2 3 4 कैंसल हो जाते, 5 6 भी कैंसल हो गए। सो ई दे लिए आही ऑप्शन बचती है, पर इसका फेस नहीं आपां नूं कन्फर्म। द वन सिटिंग एग्जैक्टली बिटवीन डी एंड एफ इज फेसिंग ऑपोजिट टू द सेंटर। डी ते एफ दे एग्जैक्टली जिहड़ा बिच बैठा है वो ऑपोजिट फेस कर रहा है। सो डी ते एफ इधर तो नहीं है, डी ते एफ आप इधर ले सकते हैं। सो ये एग्जैक्टली जिहड़ा ਗੱਬੇ ਬੈਠਾ ਹੈ ਉਹ ਆਪੋਜ਼ਿਟ ਨੂੰ ਫੇਸ ਕਰਦਾ ਹੈ। ਸੋ ਇੱਥੇ ਕੌਣ ਹੈ ਪਤਾ ਨਹੀਂ ਹੈ, ਬਟ ਸਾਨੂੰ ਇਹ ਪਤਾ ਲੱਗ ਜਾਂਦਾ ਇਹਦੀ ਡਾਇਰੈਕਸ਼ਨ ਆਪੋਜ਼ਿਟ ਹੋਏਗੀ। ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ। ਦ ਵਨ ਜਿਹੜਾ ਇੱਕ ਹੈ, ਜਿਹੜਾ ਡੀ ਤੇ ਐਫ ਦੇ ਵਿੱਚ ਬੈਠਾ ਹੈ, ਉਹਦਾ ਫੇਸ ਆਪੋਜ਼ਿਟ ਹੈ, ਠੀਕ ਹੈ। ਜੀ ਇਜ਼ ਥਰਡ ਟੂ ਦ ਰਾਈਟ ਆਫ ਏ ਐਂਡ ਜੀ ਇਜ਼ ਫੇਸਿੰਗ ਦ ਸੈਂਟਰ, ਠੀਕ ਹੈ। ਓਕੇ, ਸੋ ਜੀ ਸੈਂਟਰ ਨੂੰ ਫੇਸ ਕਰ ਰਿਹਾ, दैट मीन्स जी ਦੀ ਇਹ ਆਪਸ਼ਨ ਤਾਂ नहीं हो सकती, ਇਹ ਆਪਸ਼ਨ कैंसिल है जी ਦੇ ਲਈ। ਇਹ 3 4 5, ठीक है। सो 2 ऑप्शन बचते जी, जी का या तो इतने है या तो इतने है, इन्होंने दोनों चो कोई चेक करते हैं कितने है जी। जी सिट्स थर्ड टू द राइट ऑफ ए, 1 2 3 1 2 3। सो जी नूं आपां इत्थे भी अरेंज नहीं कर सकते, क्योंकि ना ही आपां ए इधरों किते लैके बना के दे सकते हैं, ना ही इधरों किते बना के लैके दे सकते हैं। सो जी लेट्स सपोज आपां नहीं कन्फर्म कर सकते, इनू कन्फर्म करिए तो ए 1 2 3 1 2 3। सो जे आप ए नूं लईए, क्योंकि ਇਹਦਾ फेस बाहर हो जाता है, क्योंकि आही ऑप्शन बचती है, क्योंकि जी के बेस से तो जी सिट्स थर्ड टू द राइट ऑफ ए दा फेस ऑपोजिट है, तो वह राइट एंटी क्लॉकवाइज नहीं जाएगा, क्लॉकवाइज जाएगा 1 2 3 बिल्कुल। सो इतने जी आ जाएगा, तो जी का फेस की होएगा सेंटर। सो ए, सो इतने कौन हो जाएगा, बी सी डी ई एफ। आई होप तुम्हें सारा क्लियर हो गया। B, one of B's neighbor is facing opposite to the center। B का कोई neighbor है, वो D तो नहीं हो सकता, E हो सकता है जिहदा फेस opposite है, बिल्कुल। सो ਇਹਦਾ मतलब फिर A ते E opposite face कर रहा है, तो बाकियों का फेस किधर होएगा, center। आई होप ਤੁਹਾਨੂੰ क्लियर हो रहा है। सो क्वेश्चंस ਨੂੰ ਆਪਾਂ चेक करते हैं। फर्स्ट क्वेश्चन की है, which of the following pairs represents person facing opposite the center, that is A and E। A and E, answer is third। Who is sitting second to the left of A? A दे second left ते, left ध्यान रखना clockwise नहीं जावांगे आपा, 1 2। आंसर इज एंटी क्लॉकवाइज क्यों जा रहे हो, फेस बाहर से आ रहा है, आंसर इज बी, फोर्थ आंसर आ गया। ध्यान रखना इदां दे क्वेश्चन ट्रिकी हो सकते हैं। सो क्योंकि आपां वो दसना है कि ए दे लैफ्ट ते कौन बैठा है। सो ए दा लैफ्ट इधर नहीं होएगा, ए दा लैफ्ट इधर होएगा, क्योंकि उसका फेस आउटसाइड है।
who is sitting to the immediate left of E? E ਦੇ immediate left, so E ਦਾ face outside है, left ਇਹਦਾ clockwise नहीं होएगा, anti clockwise होएगा. G, answer is second. What is position of F with respect to B? B ਦੇ ਹਿਸਾਬ ਨਾਲ B ਇਸ ਲਿਆ B ਨੂੰ, ਇਸ ਦਾ face center ਨੂੰ, F ਇੱਥੇ ਹੈ. ਸੋ ਆਪਾਂ clockwise ਜਾਈਏ 1 2 3, third to the clockwise left, third to the left नहीं है, so anti clockwise जावांगे 1 2 3 fourth to the right, 4 F with respect to B, B the first second third to the left, third to the right, fourth 1 2 3 fourth to the right, fourth to the left. So actually answer fifth आ जाएगा क्योंकि कोई भी ऑप्शन नहीं बन रहा है. लास्ट ऑप्शन है if all the persons are asked to sit in a clockwise direction in an alphabetical order starting from A, ठीक है, alphabetical order च इन्होंने बिठाना है starting from A, the position of how many will remain unchanged excluding A, किन्ना दी unchanged रहेगी position. सो आप चेक कर लेना है, A नो आप exclude करांगे A, सो इत्थे आएगा B C, ओके, D E करेक्ट, F G, ठीक है. सो दो जाने हैं जिन्हां दी पोजीशन अनचेंज्ड है A नु छड़ के, सो आंसर इज थर्ड. सो इहदा जो आंसर होएगा होएगा थर्ड. सो आंसर आ रहा है 3 4 2 5 3, ओके, 3 4 2 5 3. सो 3 4 2 5 3 आंसर 24 ਦਾ ਆਨਸਰ ਹੈ, ਠੀਕ ਹੈ. ਸੋ ਐਂਡ ਦੇ ਵਿੱਚ ਤੁਸੀਂ ਚੈੱਕ ਕਰੋਗੇ PDF ਅਵੇਲੇਬਲ ਹੋਏਗੀ ਤੁਹਾਡੇ ਕੋਲ ਵੈਬਸਾਈਟ ਤੇ, ਸੋ ਤੁਸੀਂ ਇਹ ਤੋਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਆਨਸਰ ਸਹੀ ਹੈ ਕਿ ਗਲਤ ਹੈ. ਆਈ ਹੋਪ ਤੁਹਾਨੂੰ ਇਹ ਕੁਐਸਚਨ ਕਲੀਅਰ ਹੋਇਆ ਹੋਏਗਾ. ਆਈ ਸੁਜੈਸਟ ਤੁਸੀਂ ਇਹ ਸਾਰੇ ਕੁਐਸਚਨਸ ਨੂੰ ਦੁਬਾਰਾ ਇੱਕ ਵਾਰ ਪਰਸਨਲੀ ਟਰਾਈ ਕਰੋ.